ਨੋਬਲ ਪੁਰਸਕਾਰ ਜੇਤੂ ਐਲੀ ਵਿਜ਼ਲ ਦਾ ਨਾਵਲ ਹੈ ਰਾਤ। ਅਨੁਵਾਦਕ ਹੈ ਗੁਰਚਰਨ ਸਿੰਘ ਜੈਤੋ। ਪਹਿਲਾ ਅੰਕ। ਉਹ ਉਸਨੂੰ ਮੋਸ਼ੇ ਬੀਡਲ ਕਹਿੰਦੇ ਸਨ। ਬੀਡਲ ਯਹੂਦੀਆਂ ਦੇ ਗਿਰਜੇ ਦਾ ਚੌਕੀਦਾਰ ਹੁੰਦਾ ਹੈ। ਜਿਵੇਂ ਉਹਦਾ ਨਾਂ ਕੋਈ ਨਾ ਹੋਵੇ ਤੇ ਨਾ ਹੀ ਕੋਈ ਜਾਤ। ਉਹ ਹੈਸਿਡਿਕ ਸਾਈਨਗੋਗ, ਜਿੱਥੇ ਯਹੂਦੀਆਂ ਲਈ ਉਹ ਸਥਾਨ ਜਿੱਥੇ ਉਹ ਇਕੱਠੇ ਹੋ ਕੇ ਇਸ਼ਟ ਨੂੰ ਨਤਮਸਤਕ ਹੁੰਦੇ ਹਨ। ਸਿਗੇਟ ਰੋਮਾਨੀਆ ਦੇਸ਼ 'ਚ ਇੱਕ ਛੋਟਾ ਕਸਬਾ। ਉਹ ਛੋਟਾ ਕਸਬਾ ਟ੍ਰਾਂਸਿਲਵੇਨੀਆ ਵਿੱਚ ਸਥਿਤ ਸੀ, ਜਿੱਥੇ ਮੇਰਾ ਬਚਪਨ ਬੀਤਿਆ। ਉਹ ਮੈਨੂੰ ਬਹੁਤ ਚੰਗਾ ਲੱਗਦਾ ਸੀ, ਬਹੁਤ ਗਰੀਬ ਸੀ ਤੇ ਬੜੇ ਨਿਮਾਣੇ ਹਾਲਾਤ 'ਚ ਰਹਿੰਦਾ ਸੀ। ਆਮ ਤੌਰ 'ਤੇ ਮੇਰੇ ਇਲਾਕੇ ਦੇ ਲੋਕ ਭਾਵੇਂ ਉਹ ਗਰੀਬਾਂ ਦੀ ਮਦਦ ਕਰਿਆ ਕਰਦੇ ਸਨ, ਪਰ ਉਸ ਨਾਲ ਉਹਨਾਂ ਦਾ ਕੋਈ ਬਹੁਤਾ ਮੋਹ ਨਹੀਂ ਸੀ। ਪਰ ਮੋਸ਼ੇ ਬੀਡਲ ਇੱਕ ਖਾਸ ਬੰਦਾ ਸੀ। ਕੋਈ ਵੀ ਉਸ ਤੋਂ ਅੱਕਦਾ ਥੱਕਦਾ ਨਹੀਂ ਸੀ। ਕਿਸੇ ਨੂੰ ਵੀ ਉਹਦੇ ਹਾਜ਼ਰ ਹੋਣ 'ਤੇ ਕੋਈ ਤਕਲੀਫ ਨਹੀਂ ਸੀ ਹੁੰਦੀ। ਉਹ ਅਜਿਹਾ ਸੀ ਕਿ ਉਹਦੇ ਹੋਣ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਜਿਹੋ ਜਿਹਾ ਉਹ ਹੋਇਆ, ਜਿਹੋ ਜਿਹਾ ਨਾ ਹੋਇਆ, ਜਿਵੇਂ ਉਹ ਕਿਸੇ ਨੂੰ ਦਿਸਦਾ ਹੀ ਨਹੀਂ ਸੀ। ਜਿਸਮਾਨੀ ਤੌਰ 'ਤੇ ਉਹ ਇੱਕ ਜੋਕਰ ਵਰਗਾ ਲੱਗਦਾ ਸੀ। ਉਹ ਲੋਕਾਂ ਨੂੰ ਹਸਾ ਦਿਆ ਕਰਦਾ ਸੀ। ਉਹ ਯਤੀਮਾਂ ਵਰਗੀ ਚਲਾਕੀ ਨਾਲ ਗੱਲਾਂ ਕਰਿਆ ਕਰਦਾ ਸੀ। ਮੈਨੂੰ ਉਹਦੀਆਂ ਵੱਡੀਆਂ ਸੁਪਨੇ ਲੈਂਦੀਆਂ ਅੱਖਾਂ ਬੜੀਆਂ ਚੰਗੀਆਂ ਲੱਗਦੀਆਂ ਸਨ, ਜਿਵੇਂ ਉਹ ਦੂਰ ਕਿਧਰੇ ਗੁਆਚਿਆ ਲੱਭਦੀਆਂ ਹੋਣ। ਉਹ ਬਹੁਤ ਘੱਟ ਬੋਲਦਾ ਸੀ। ਉਹ ਗਾਉਂਦਾ ਹੁੰਦਾ ਸੀ, ਸਗੋਂ ਕੁਝ ਜਪਦਾ ਰਹਿੰਦਾ ਸੀ। ਕੁਝ ਅਜਿਹਾ ਉਹਦੇ ਬੋਲਾਂ 'ਚ ਹੁੰਦਾ ਸੀ ਜਿਵੇਂ ਬ੍ਰਹਮਤਾ ਦੁਖੀ ਹੋ ਗਈ ਹੋਵੇ, ਕਿਧਰੇ ਬ੍ਰਹਮਤਾ ਨੂੰ ਬਨਵਾਸ ਮਿਲ ਗਿਆ ਹੋਵੇ। ਜਿਵੇਂ ਕਬਾਲਾ ਯਹੂਦੀਆਂ ਦੀ ਇੱਕ ਧਾਰਮਿਕ ਆਸਥਾ ਉਸ ਬੰਦੇ 'ਚ ਲੀਨ ਹੋ ਗਈ ਹੋਵੇ ਤੇ ਆਜ਼ਾਦ ਹੋਣਾ ਚਾਹੁੰਦੀ ਹੋਵੇ। ਮੈਂ ਉਹਨੂੰ 1941 ਦੇ ਅਖੀਰ ਤੋਂ ਜਾਣਨ ਲੱਗਿਆ ਸੀ। ਮੈਂ ਉਦੋਂ 12 ਸਾਲਾਂ ਦਾ ਸੀ। ਮੇਰਾ ਵਿਸ਼ਵਾਸ ਪੱਕਾ ਸੀ। ਦਿਨੇ ਮੈਂ ਤਾਲਮਡ ਯਹੂਦੀਆਂ ਦੀ ਧਾਰਮਿਕ ਕਿਤਾਬ ਪੜ੍ਹਦਾ ਰਹਿੰਦਾ ਸੀ ਤੇ ਰਾਤ ਪੈਣ 'ਤੇ ਮੈਂ ਸਾਈਨਾਗੋਗ ਜਾ ਕੇ ਤਬਾਹ ਹੋਏ ਮੰਦਰ ਬਾਰੇ ਰੋਇਆ ਕਰਦਾ ਸੀ। ਇੱਕ ਦਿਨ ਮੈਂ ਆਪਣੇ ਪਿਤਾ ਨੂੰ ਕੋਈ ਅਧਿਆਪਕ ਲੱਭਣ ਲਈ ਬੇਨਤੀ ਕੀਤੀ, ਜਿਹੜਾ ਮੈਨੂੰ ਕਬਾਲਾ ਦੀ ਪੜ੍ਹਾਈ 'ਚ ਸੇਧ ਦੇ ਸਕੇ। ਤੂੰ ਅਜੇ ਬਹੁਤ ਛੋਟਾ ਹੈ। ਮਾਇਮਾਨੂਡੀਸ, ਇੱਕ ਯਹੂਦੀ ਫਿਲਾਸਫਰ ਅਨੁਸਾਰ 30 ਸਾਲ ਦਾ ਹੋ ਕੇ ਹੀ ਕੋਈ ਅਜਿਹੇ ਬਿਖੜੇ ਪੈਂਡਿਆਂ 'ਚ ਪੈ ਕੇ ਹੀ ਅਜਿਹੇ ਰਹੱਸਵਾਦ ਦੀ ਥਾਹ ਪਾ ਸਕਦਾ ਸੀ। ਤੈਨੂੰ ਪਹਿਲਾਂ ਆਪਣੇ ਮੁੱਢਲੇ ਵਿਸ਼ਿਆਂ ਬਾਰੇ ਪੜ੍ਹਾਈ ਕਰਨੀ ਚਾਹੀਦੀ ਹੈ, ਜਿਹਦੀ ਤੈਨੂੰ ਸਮਝ ਹੋਵੇ। ਮੇਰੇ ਪਿਤਾ ਜੀ ਇੱਕ ਚੰਗੇ ਸੰਸਕਾਰਾਂ ਵਾਲੇ ਇਨਸਾਨ ਸਨ। ਉਹ ਭਾਵੁਕ ਨਹੀਂ ਸਨ ਹੋਇਆ ਕਰਦੇ। ਕਦੇ ਵੀ ਉਹਨਾਂ 'ਚ ਭਾਵੁਕਤਾ ਨਹੀਂ ਸੀ ਨਜ਼ਰ ਆਉਂਦੀ। ਕਦੇ ਵੀ ਅਸੀਂ ਉਹਨਾਂ ਨੂੰ ਘਰ 'ਚ ਭਾਵੁਕ ਹੋਇਆ ਨਹੀਂ ਸੀ ਵੇਖਿਆ। ਆਪਣੇ ਪਰਿਵਾਰ ਦੇ ਜੀਆਂ ਨੂੰ ਛੱਡ ਕੇ ਉਹ ਦੂਜਿਆਂ ਦੀ ਭਲਾਈ 'ਚ ਲੱਗੇ ਰਹਿੰਦੇ ਸਨ। ਸਿਗੇਟ ਵਿੱਚ ਯਹੂਦੀ ਲੋਕ ਉਹਨਾਂ ਦੀ ਇੱਜ਼ਤ ਕਰਦੇ ਸਨ ਤੇ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਸਨ। ਲੋਕ ਅਕਸਰ ਉਹਨਾਂ ਨੂੰ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਉਹਨਾਂ ਤੋਂ ਸਲਾਹ ਲਿਆ ਕਰਦੇ ਸਨ। ਇੱਥੋਂ ਤੱਕ ਕਿ ਕਈ ਤਾਂ ਆਪਣੀਆਂ ਜ਼ਾਤੀ ਸਮੱਸਿਆਵਾਂ ਲਈ ਕੋਈ ਹੱਲ ਲੱਭਣ ਲਈ ਉਹਨਾਂ ਕੋਲ ਆ ਜਾਇਆ ਕਰਦੇ ਸਨ। ਅਸੀਂ ਉਹਨਾਂ ਦੇ ਪਰਿਵਾਰ 'ਚ 4 ਬੱਚੇ ਸਾਂ। ਹਿਲਡਾ ਸਭ ਤੋਂ ਵੱਡੀ, ਫਿਰ ਬੀਆ ਤੇ ਮੈਂ ਤੀਜਾ। ਇੱਕੋ ਪੁੱਤਰ ਸਭ ਤੋਂ ਛੋਟੀ ਪਰਿਵਾਰ ਦੀ ਚਹੇਤੀ ਸਤਪੋਰਾ ਸੀ। ਮੇਰੇ ਮਾਪਿਓ ਦੁਕਾਨ ਕਰਦੇ ਸਨ। ਹਿਲਡਾ ਤੇ ਬੀਆ ਉਹਨਾਂ ਦੇ ਕੰਮਾਂ 'ਚ ਮਦਦ ਕਰਦੀਆਂ ਸਨ। ਮੈਨੂੰ ਉਹ ਕਿਹਾ ਕਰਦੇ ਸਨ ਕਿ ਮੇਰੀ ਥਾਂ ਸਕੂਲ ਵਿੱਚ ਹੈ। ਸਿਗੇਟ ਵਿੱਚ ਕੋਈ ਕਬਾਲਾ ਦੇ ਜਾਣਕਾਰ ਨਹੀਂ ਸਨ। ਮੇਰੇ ਪਿਤਾ ਇਹ ਗੱਲ ਬਾਰ-ਬਾਰ ਕਿਹਾ ਕਰਦੇ ਸਨ। ਉਹ ਮੇਰੇ ਦਿਮਾਗ 'ਚੋਂ ਇਹ ਗੱਲ ਕੱਢ ਦੇਣਾ ਚਾਹੁੰਦੇ ਸਨ, ਪਰ ਇਸ ਦਾ ਮੇਰੇ 'ਤੇ ਕੋਈ ਅਸਰ ਨਹੀਂ ਸੀ ਹੁੰਦਾ। ਮੈਂ ਆਪਣੇ ਆਪ ਮੇਰਾ ਇੱਕ ਅਧਿਆਪਕ ਲੱਭ ਲਿਆ ਸੀ, ਮੋਸ਼ੇ ਬੀਡਲ। ਉਹਨੇ ਮੈਨੂੰ ਇੱਕ ਸ਼ਾਮ ਵੇਲੇ ਦੇਖ ਲਿਆ ਸੀ ਜਦੋਂ ਮੈਂ ਅਰਦਾਸ ਕਰ ਰਿਹਾ ਸੀ। ਤੂੰ ਜਦੋਂ ਅਰਦਾਸ ਕਰਦਾ ਹੈ ਤਾਂ ਰੋਂਦਾ ਕਿਉਂ ਹੈ? ਉਹਨੇ ਪੁੱਛਿਆ ਸੀ, ਜਿਵੇਂ ਪਤਾ ਨਹੀਂ ਕਿੰਨੇ ਚਿਰ ਤੋਂ ਮੈਨੂੰ ਜਾਣਦਾ ਹੋਵੇ। ਮੈਨੂੰ ਨਹੀਂ ਪਤਾ ਕਿਉਂ, ਮੈਂ ਬੜਾ ਘਬਰਾ ਕੇ ਜਵਾਬ ਦਿੱਤਾ। ਇਹ ਸਵਾਲ ਕਦੇ ਵੀ ਮੇਰੇ ਦਿਮਾਗ 'ਚ ਨਹੀਂ ਸੀ ਆਇਆ। ਮੈਂ ਰੋਂਦਾ ਸਾਂ ਕਿਉਂਕਿ ਮੇਰੇ ਅੰਦਰ ਕੁਝ ਅਜਿਹਾ ਹੁੰਦਾ ਸੀ ਜਿਹਨੂੰ ਹੰਝੂਆਂ ਦੀ ਲੋੜ ਹੁੰਦੀ ਸੀ। ਸਿਰਫ ਇੰਨਾ ਹੀ ਮੈਨੂੰ ਪਤਾ ਸੀ। ਤੂੰ ਅਰਦਾਸ ਕਿਉਂ ਕਰਦਾ ਹੈ? ਮੈਂ ਅਰਦਾਸ ਕਿਉਂ ਕਰਦਾ ਸਾਂ? ਬੜਾ ਅਜੀਬ ਸਵਾਲ ਸੀ। ਮੈਂ ਜਿਉਂ ਕਿਉਂ ਰਿਹਾ ਹਾਂ? ਮੈਂ ਸਾਹ ਕਿਉਂ ਲੈਂਦਾ? ਮੈਨੂੰ ਨਹੀਂ ਪਤਾ ਕਿਉਂ, ਮੈਂ ਕਿਹਾ। ਮੈਂ ਹੋਰ ਘਬਰਾ ਗਿਆ ਸੀ। ਉਸ ਦਿਨ ਤੋਂ ਪਿੱਛੋਂ ਮੈਨੂੰ ਅਕਸਰ ਦਿਸ ਪੈਂਦਾ ਸੀ। ਉਹਨੇ ਮੈਨੂੰ ਜ਼ੋਰ ਦੇ ਕੇ ਦੱਸਿਆ
ਕਿ ਹਰ ਸਵਾਲ 'ਚ ਇੱਕ ਤਾਕਤ ਹੁੰਦੀ ਹੈ ਜਿਹੜੀ ਉਹਦੇ ਜਵਾਬ ਵਿੱਚ ਨਹੀਂ ਹੁੰਦੀ। ਬੰਦਾ ਆਪਣੇ ਆਪ ਨੂੰ ਰੱਬ ਵੱਲ ਲੈ ਜਾਂਦਾ ਹੈ। ਜਿਹੜੇ ਵੀ ਸਵਾਲ ਉਸ ਰੱਬ ਤੋਂ ਪੁੱਛਦਾ ਹੈ ਉਹ ਆਪਣੀ ਗੱਲ ਦੁਹਰਾਇਆ ਕਰਦਾ ਸੀ। ਇਹ ਸੱਚੀ ਗੱਲਬਾਤ ਹੁੰਦੀ ਸੀ। ਬੰਦਾ ਰੱਬ ਤੋਂ ਸਵਾਲ ਪੁੱਛਦਾ ਹੈ ਤੇ ਰੱਬ ਜਵਾਬ ਦਿੰਦਾ ਹੈ, ਪਰ ਸਾਨੂੰ ਉਹਦੇ ਜਵਾਬ ਸਮਝ ਨਹੀਂ ਆਉਂਦੇ। ਅਸੀਂ ਉਹਨਾਂ ਨੂੰ ਸਮਝ ਨਹੀਂ ਸਕਦੇ ਕਿਉਂਕਿ ਉਹ ਆਤਮਾ ਦੀ ਡੂੰਘਾਈ 'ਚੋਂ ਆਉਂਦੇ ਨੇ ਤੇ ਉਹ ਮੌਤ ਤੱਕ ਮੌਜੂਦ ਰਹਿੰਦੇ ਨੇ। ਇਲੀਜ਼ਰ, ਤੈਨੂੰ ਸਹੀ ਜਵਾਬ ਤੇਰੇ ਅੰਦਰੋਂ ਹੀ ਲੱਭਣਗੇ। ਤੇ ਮੋਸ਼ੇ, ਤੂੰ ਕਿਉਂ ਅਰਦਾਸ ਕਰਦਾ ਹੈ? ਮੈਂ ਪੁੱਛਿਆ। ਮੈਂ ਮੇਰੇ ਅੰਦਰ ਬੈਠੇ ਰੱਬ ਅੱਗੇ ਅਰਦਾਸ ਕਰਦਾ ਕਿ ਉਹ ਮੈਨੂੰ ਸਹੀ ਸਵਾਲ ਕਰਨ ਲਈ ਤਾਕਤ ਬਖਸ਼ੇ। ਅਸੀਂ ਇਹੋ ਜਿਹੀਆਂ ਗੱਲਾਂ ਹਰ ਰੋਜ਼ ਸ਼ਾਮ ਵੇਲੇ ਕਰਿਆ ਕਰਦੇ ਸਾਂ। ਜਦੋਂ ਸਾਰੇ ਸ਼ਰਧਾਲੂ ਚਲੇ ਜਾਂਦੇ ਸਨ ਤਾਂ ਅਸੀਂ ਸਾਇਨਾਗੋਗ 'ਚ ਠਹਿਰ ਜਾਇਆ ਕਰਦੇ ਸਾਂ, ਉਸ ਉਦਾਸੀਨ ਮਾਹੌਲ 'ਚ ਜਿੱਥੇ ਅੱਧ ਸੜੀਆਂ ਮੋਮਬੱਤੀਆਂ ਅਜੇ ਵੀ ਧੁੰਦਲੀ ਜਿਹੀ ਰੋਸ਼ਨੀ 'ਚ ਸੜੀ ਜਾਂਦੀਆਂ ਸਨ। ਇੱਕ ਦਿਨ ਸ਼ਾਮ ਨੂੰ ਮੈਂ ਉਹਨੂੰ ਦੱਸਿਆ ਕਿ ਮੈਂ ਕਿੰਨਾ ਉਦਾਸ ਸਾਂ ਕਿਉਂਕਿ ਮੈਨੂੰ ਸਾਰੇ ਸਿਗੇਟ 'ਚ ਕੋਈ ਅਧਿਆਪਕ ਨਹੀਂ ਸੀ ਮਿਲਿਆ ਜਿਹੜਾ ਮੈਨੂੰ ਜ਼ੋਹਰ, ਯਹੂਦੀਆਂ ਦੀ ਧਾਰਮਿਕ ਪੋਥੀ, ਬਾਰੇ ਸਮਝਾ ਸਕੇ ਤਾਂ ਕਿ ਮੈਨੂੰ ਯਹੂਦੀ ਬ੍ਰਹਮਤਾ ਦੀ ਸਮਝ ਆ ਸਕੇ। ਮੋਹ ਨਾਲ ਭਿੱਜੀ ਉਹਦੇ ਚਿਹਰੇ 'ਤੇ ਮੁਸਕਰਾਹਟ ਉੱਭਰ ਆਈ। ਇੱਕ ਲੰਮੀ ਚੁੱਪ ਮਗਰੋਂ ਉਹਨੇ ਕਿਹਾ, ਇਸ ਬ੍ਰਹਮਤਾ ਦੇ ਵਿਹੜੇ ਜਾਣ ਲਈ ਹਜ਼ਾਰਾਂ ਬੂਹੇ ਨੇ। ਹਰ ਇੱਕ ਇਨਸਾਨ ਦਾ ਆਪਣਾ ਬੂਹਾ ਹੈ। ਸਾਨੂੰ ਕਦੇ ਵੀ ਆਪਣੇ ਆਪਣੇ ਬੂਹੇ ਤੋਂ ਬਿਨਾਂ ਹੋਰ ਕਿਧਰੇ ਜਾਣ ਦੀ ਗਲਤੀ ਨਹੀਂ ਕਰਨੀ ਚਾਹੀਦੀ। ਇਸ ਵਿਹੜੇ 'ਚ ਜਾਣ ਲਈ ਅਜਿਹਾ ਕਰਨਾ ਖਤਰਨਾਕ ਹੁੰਦਾ ਹੈ ਕਿਉਂਕਿ ਬੰਦਾ ਜਦੋਂ ਅੰਦਰ ਵੜਦਾ ਹੈ ਤਾਂ ਅੱਗੇ ਕੋਈ ਹੋਰ ਖੜਾ ਹੁੰਦਾ ਹੈ। ਮੋਸ਼ੇ ਬੀਡਲ ਵਿਚਾਰਾ ਗਰੀਬ, ਨੰਗੇ ਪੈਰਾਂ ਵਾਲਾ, ਸਿਗੇਟ ਦੇ ਰਹਿਣ ਵਾਲਾ, ਮੇਰੇ ਨਾਲ ਘੰਟਿਆਂ ਬੱਧੀ ਉਹਨਾਂ ਧਾਰਮਿਕ ਰਹੱਸਾਂ ਬਾਰੇ ਕਬਾਲਾ ਦੀਆਂ ਗੁੰਝਲਾਂ ਖੋਲ੍ਹਣ ਲਈ ਗੱਲਾਂ ਕਰਦਾ ਰਹਿੰਦਾ ਸੀ। ਸਿਰਫ ਉਸ ਨਾਲ ਹੀ ਮੇਰੀ ਸ਼ੁਰੂਆਤ ਇੰਜ ਹੋਈ ਸੀ। ਅਸੀਂ ਇਕੱਠਾ ਪੜ੍ਹਿਆ ਕਰਦੇ ਸਾਂ। ਜ਼ੋਹਰ ਦਾ ਇੱਕ ਪੰਨਾ ਅਸੀਂ 10-10 ਵਾਰ ਪੜ੍ਹਿਆ ਕਰਦੇ ਸਾਂ, ਨਾ ਸਿਰਫ ਯਾਦ ਕਰਨ ਲਈ ਸਗੋਂ ਦੇ ਡੂੰਘੇ ਅਰਥ ਸਮਝਣ ਲਈ ਤਾਂ ਕਿ ਉਹਦਾ ਨਿਚੋੜ ਸਾਨੂੰ ਸਮਝ ਪੈ ਸਕੇ। ਤੇ ਉਹਨਾਂ ਸ਼ਾਮਾਂ ਦੇ ਸਮੇਂ ਹੀ ਮੇਰੇ ਅੰਦਰ ਸਮਝ ਪੈਦਾ ਹੋਈ ਕਿ ਮੋਸ਼ੇ ਬੀਡਲ ਹੀ ਮੈਨੂੰ ਆਪਣੇ ਨਾਲ ਇਸ ਭਵ ਸਾਗਰ ਤੋਂ ਪਾਰ ਲੈ ਕੇ ਜਾਏਗਾ। ਉਸ ਵੇਲੇ ਸਵਾਲ ਤੇ ਜਵਾਬ ਇੱਕ ਹੋ ਜਾਣਗੇ। ਤਾਂ ਇੱਕ ਦਿਨ ਉਹਨਾਂ ਨੇ ਵਿਦੇਸ਼ੀ ਯਹੂਦੀਆਂ ਨੂੰ ਸਿਗੇਟ ਤੋਂ ਬਾਹਰ ਕੱਢ ਦਿੱਤਾ ਤੇ ਮੋਸ਼ੇ ਬੀਡਲ ਇੱਕ ਵਿਦੇਸ਼ੀ ਯਹੂਦੀ ਸੀ। ਹੰਗਰੀ ਦੇਸ਼ ਦੀ ਪੁਲਿਸ ਨੇ ਉਹਨਾਂ ਨੂੰ ਪਸ਼ੂ ਢੋਣ ਵਾਲੀਆਂ ਰੇਲ ਗੱਡੀਆਂ ਦੇ ਡੱਬਿਆਂ 'ਚ ਰੋਂਦਿਆਂ ਕੁਰਲਾਉਂਦਿਆਂ ਨੂੰ ਬੰਦ ਕਰ ਦਿੱਤਾ। ਅਸੀਂ ਵੀ ਪਲੇਟਫਾਰਮ 'ਤੇ ਖੜੇ ਰੋ ਰਹੇ ਸੀ। ਗੱਡੀ ਦੂਰ ਦੇ ਸੱਦੇ 'ਚ ਕਿਧਰੇ ਗਾਇਬ ਹੋ ਗਈ ਸੀ ਤੇ ਪਿੱਛੇ ਰਹਿ ਗਿਆ ਸੀ ਸੰਘਣਾ ਤੇ ਕਾਲਾ ਧੂੰਆਂ। ਮੇਰੇ ਪਿੱਛੇ ਕਿਸੇ ਯਹੂਦੀ ਦਾ ਹੌਕਾ ਮੈਂ ਸੁਣਿਆ ਸੀ। ਅਸੀਂ ਕੀ ਉਮੀਦ ਰੱਖ ਸਕਦੇ ਹਾਂ? ਉਹਨੇ ਕਿਹਾ ਸੀ, ਇਹ ਤਾਂ ਜੰਗ ਜਿਹੜੇ ਚਲੇ ਗਏ ਸਨ ਉਹਨਾਂ ਨੂੰ ਜਲਦੀ ਭੁਲਾ ਦਿੱਤਾ ਗਿਆ ਸੀ। ਕੁਝ ਦਿਨਾਂ ਪਿੱਛੋਂ ਲੋਕ ਕਹਿ ਰਹੇ ਸਨ ਕਿ ਉਹ ਗਲੀਸੀਆ ਵਿੱਚ ਕੰਮ ਕਰ ਰਹੇ ਸਨ ਤੇ ਉਹ ਆਪਣੇ ਆਪ ਵਿੱਚ ਸੰਤੁਸ਼ਟ ਸਨ। ਕਈ ਦਿਨ ਗੁਜ਼ਰ ਗਏ, ਕਈ ਹਫ਼ਤੇ, ਕਈ ਮਹੀਨੇ। ਜੀਵਨ ਮੁੜ ਸੁਖਾਵਾਂ ਹੋ ਗਿਆ ਲੱਗਦਾ ਸੀ। ਸ਼ਾਂਤ ਜਿਹੀ ਹਵਾ ਕੋਈ ਤਸੱਲੀ ਦਿੰਦੀ ਹੋਈ ਸਾਡੇ ਘਰਾਂ 'ਚ ਰੁਮਕਣ ਲੱਗ ਪਈ ਸੀ। ਵਪਾਰੀ ਆਪੋ ਆਪਣੇ ਵਪਾਰ ਕਰੀ ਜਾ ਰਹੇ ਸਨ। ਵਿਦਿਆਰਥੀ ਆਪਣੀਆਂ ਕਿਤਾਬਾਂ 'ਚ ਖੁੱਭ ਗਏ ਸਨ। ਬੱਚੇ ਗਲੀਆਂ 'ਚ ਖੇਡ ਰਹੇ ਸਨ। ਇੱਕ ਦਿਨ ਜਦੋਂ ਮੈਂ ਸਾਇਨਾਗੋਗ ਜਾ ਰਿਹਾ ਸੀ ਤਾਂ ਮੈਂ ਮੋਸ਼ੇ ਬੀਡਲ ਨੂੰ ਬੂਹੇ ਕੋਲ ਬੈਂਚ 'ਤੇ ਬੈਠੇ ਦੇਖਿਆ। ਉਹਨੇ ਆਪਣੀ ਤੇ ਆਪਣੇ ਸਾਥੀਆਂ ਦੀ ਕਹਾਣੀ ਮੈਨੂੰ ਦੱਸੀ। ਭਰੀ ਹੋਈ ਰੇਲ ਗੱਡੀ ਜਿਨ੍ਹਾਂ ਨੂੰ ਬਾਹਰ ਕੱਢ ਦਿੱਤਾ ਗਿਆ ਸੀ, ਹੰਗਰੀ ਦੀ ਹੋਣ ਤੇ ਪੋਲੈਂਡ ਦਾ ਇਲਾਕਾ ਜਿਹੜਾ ਜਰਮਨਾਂ ਦੇ ਕਬਜ਼ੇ 'ਚ ਆ ਚੁੱਕਾ ਸੀ, ਲੰਘ ਕੇ ਰੁਕ ਗਈ ਸੀ। ਯਹੂਦੀਆਂ ਨੂੰ ਗੱਡੀ ਤੋਂ ਉਤਰ ਕੇ ਨੇੜੇ ਖੜੀਆਂ ਲਾਰੀਆਂ 'ਚ ਚੜ੍ਹਨਾ ਪਿਆ ਸੀ। ਲਾਰੀਆਂ ਜੰਗਲ ਵੱਲ ਚੱਲ ਪਈਆਂ ਸਨ। ਯਹੂਦੀਆਂ ਨੂੰ ਬਾਹਰ ਆਉਣ ਲਈ ਹੁਕਮ ਹੋਏ। ਉਹਨਾਂ ਕੋਲੋਂ ਵੱਡੀਆਂ ਵੱਡੀਆਂ ਕਬਰਾਂ ਖੁਦਵਾਈਆਂ ਗਈਆਂ। ਜਦੋਂ ਉਹ ਆਪਣਾ ਕੰਮ ਖਤਮ ਕਰ ਚੁੱਕੇ ਸਨ ਤਾਂ ਜਰਮਨਾਂ ਨੇ ਉਹਨਾਂ ਦੀਆਂ ਹੀ ਕਬਰਾਂ ਖੁਦਵਾਉਣੀਆਂ ਸ਼ੁਰੂ ਕਰ ਦਿੱਤੀਆਂ। ਬਿਨਾਂ ਕਿਸੇ ਦਇਆ ਤੋਂ, ਬਿਨਾਂ ਕੋਈ ਜਲਦੀ ਕੀਤਿਆਂ ਉਹਨਾਂ ਨੇ ਯਹੂਦੀਆਂ ਨੂੰ ਜਾਨੋਂ ਮਾਰਨਾ ਸ਼ੁਰੂ ਕਰ ਦਿੱਤਾ। ਹਰ ਇੱਕ ਨੂੰ ਕਬਰ ਦੇ ਅੱਗੇ ਜਾ ਕੇ ਆਪਣੀ ਗਰਦਨ ਪੇਸ਼ ਕਰਨੀ ਸੀ। ਬੱਚਿਆਂ ਨੂੰ ਹਵਾ 'ਚ ਉੱਪਰ ਵੱਲ ਉਛਾਲ ਕੇ ਮਸ਼ੀਨ ਗੰਨਾਂ ਵਾਲੇ ਉਹਨਾਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਮਾਰ ਰਹੇ ਸਨ। ਇਹ ਗਲੀਸ਼ੀਆ ਦੇ ਜੰਗਲਾਂ 'ਚ ਹੋ ਰਿਹਾ ਸੀ, ਕੋਲੋਮਾਏ ਦੇ ਨੇੜੇ। ਮੋਸ਼ੇ ਬੀਡਲ ਉੱਥੋਂ ਬਚ ਕੇ ਕਿਵੇਂ ਆ ਗਿਆ? ਇੱਕ ਚਮਤਕਾਰ।
ਉਹਦੀ ਲੱਤ ਜ਼ਖਮੀ ਹੋ ਗਈ ਸੀ ਤੇ ਉਹਨੂੰ ਮਰ ਗਿਆ ਸਮਝਿਆ ਗਿਆ ਸੀ। ਕਈ ਦਿਨਾਂ ਤੇ ਰਾਤਾਂ ਮਗਰੋਂ ਇੱਕ ਤੋਂ ਦੂਜੇ ਯਹੂਦੀ ਘਰ ਹੁੰਦਾ ਹੋਇਆ ਮਲਕਾ ਦੀ ਕਹਾਣੀ ਸੁਣਾਉਂਦਾ ਆਇਆ ਸੀ। ਉਹ ਜਵਾਨ ਕੁੜੀ ਜਿਹਦੀ ਜਾਨ 3 ਦਿਨਾਂ 'ਚ ਨਿਕਲੀ ਸੀ ਤੇ ਟੋਬੀਆਸ ਨਾਮ ਦਾ ਦਰਜੀ ਜਿਹਨੇ ਆਪਣੇ ਪੁੱਤਰ ਤੋਂ ਪਹਿਲਾਂ ਉਹਨੂੰ ਜਾਨੋਂ ਮਾਰਨ ਲਈ ਮਿੰਨਤਾਂ ਕੀਤੀਆਂ ਸਨ। ਮੋਸ਼ੇ ਬਦਲ ਚੁੱਕਾ ਸੀ। ਉਹਦੀਆਂ ਅੱਖਾਂ 'ਚ ਹੁਣ ਖੁਸ਼ੀ ਗਾਇਬ ਹੋ ਚੁੱਕੀ ਸੀ। ਉਹ ਹੁਣ ਗਾਉਂਦਾ ਨਹੀਂ ਸੀ। ਮੇਰੇ ਨਾਲ ਉਹ ਹੁਣ ਰੱਬ ਦੀਆਂ ਗੱਲਾਂ ਨਹੀਂ ਸੀ ਕਰਦਾ, ਨਾ ਹੀ ਉਹ ਕੋਈ ਕਬਾਲਾ ਦੀ ਗੱਲ ਕਰਦਾ ਸੀ। ਉਹ ਤਾਂ ਜੋ ਉਹਨੇ ਦੇਖਿਆ ਸੀ ਉਸ ਬਾਰੇ ਹੀ ਗੱਲਾਂ ਕਰਦਾ ਸੀ। ਲੋਕ ਉਹਦੀਆਂ ਕਹਾਣੀਆਂ ਤੇ ਇਤਬਾਰ ਨਹੀਂ ਸੀ ਕਰਦੇ। ਲੋਕਾਂ ਨੇ ਤਾਂ ਉਸ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਸੀ ਤੇ ਨਾ ਹੀ ਕੋਈ ਉਹਦੀ ਗੱਲ ਸੁਣਦਾ ਸੀ। ਇਹ ਤਾਂ ਚਾਹੁੰਦਾ ਹੈ ਕਿ ਅਸੀਂ ਇਹ 'ਤੇ ਤਰਸ ਕਰੀਏ। ਦੇਖੋ ਕਿਹੋ ਜਿਹੀ ਸੋਚ ਹੈ ਇਹਦੀ। ਅਕਸਰ ਲੋਕ ਕਹਿੰਦੇ ਵਿਚਾਰੇ ਦਾ ਦਿਮਾਗ ਖਰਾਬ ਹੋ ਗਿਆ। ਤੇ ਮੋਸ਼ੇ ਰੋਂਦਾ ਰਹਿੰਦਾ ਸੀ। ਓਏ ਯਹੂਦੀਓ, ਮੇਰੀ ਗੱਲ ਸੁਣੋ। ਮੈਂ ਸਿਰਫ ਤੁਹਾਡੇ ਕੋਲੋਂ ਇਹ ਪੁੱਛਦਾ, ਮੈਨੂੰ ਕਿਸੇ ਦਾ ਤਰਸ ਨਹੀਂ ਚਾਹੀਦਾ ਤੇ ਨਾ ਹੀ ਕੋਈ ਪੈਸਾ, ਸਿਰਫ ਮੇਰੀ ਗੱਲ ਸੁਣੋ। ਉਹ ਸਵੇਰ ਦੀ ਅਰਦਾਸ ਕਰਦਿਆਂ ਰੋਂਦਾ ਹੁੰਦਾ ਸੀ, ਸ਼ਾਮ ਦੀ ਅਰਦਾਸ ਵੇਲੇ ਵੀ ਰੋਇਆ ਕਰਦਾ ਸੀ। ਮੈਨੂੰ ਆਪ ਵੀ ਉਹਦੇ ਉੱਤੇ ਇਤਬਾਰ ਨਹੀਂ ਸੀ ਆ ਰਿਹਾ। ਮੈਂ ਅਕਸਰ ਸ਼ਾਮ ਦੀ ਅਰਦਾਸ ਪਿੱਛੋਂ ਉਸ ਕੋਲ ਬੈਠ ਜਾਇਆ ਕਰਦਾ ਸਾਂ ਤਾਂ ਕਿ ਉਹਦੀਆਂ ਕਹਾਣੀਆਂ ਸੁਣ ਸਕਾਂ ਤੇ ਮੇਰੀ ਇਹ ਪੂਰੀ ਕੋਸ਼ਿਸ਼ ਹੁੰਦੀ ਸੀ ਕਿ ਉਹਦਾ ਦੁੱਖ ਸਮਝ ਸਕਾਂ। ਮੈਨੂੰ ਹੁਣ ਉਸ 'ਤੇ ਸਿਰਫ ਤਰਸ ਹੀ ਆਉਂਦਾ ਸੀ। ਉਹ ਸਮਝਦੇ ਨਹੀਂ ਕਿ ਮੈਂ ਪਾਗਲ ਹਾਂ, ਉਹ ਹੌਲੀ ਜਿਹੀ ਕਹਿੰਦਾ ਤੇ ਉਹਦੀਆਂ ਅੱਖਾਂ ਵਿੱਚ ਮੋਮ ਦੇ ਤੁਪਕਿਆਂ ਵਾਂਗ ਹੰਝੂ ਕਿਰਨ ਲੱਗ ਪੈਂਦੇ ਸਨ। ਇੱਕ ਵਾਰੀ ਮੈਂ ਉਹਨੂੰ ਸਵਾਲ ਪੁੱਛਿਆ, ਤੈਨੂੰ ਇੰਨਾ ਫਿਕਰ ਕਿਉਂ ਹੈ ਕਿ ਜੋ ਕੁਝ ਤੂੰ ਕਹਿਣਾ ਉਹ ਲੋਕ ਤੇਰੇ ਕਹੇ 'ਤੇ ਇਤਬਾਰ ਕਰ ਲੈਣ? ਜੇ ਮੈਂ ਤੇਰੀ ਥਾਂ ਹੁੰਦਾ ਤਾਂ ਮੈਨੂੰ ਪਰਵਾਹ ਨਹੀਂ ਸੀ ਹੋਣੀ ਕਿ ਕੋਈ ਮੇਰੇ ਬਾਰੇ ਕੀ ਸੋਚਦਾ ਹੈ। ਉਹਨੇ ਆਪਣੀਆਂ ਅੱਖਾਂ ਘੁਮਾਈਆਂ ਜਿਵੇਂ ਉਸ ਸਮੇਂ ਤੋਂ ਬਚਣਾ ਚਾਹੁੰਦਾ ਹੋਵੇ। ਤੂੰ ਸਮਝਦਾ ਨਹੀਂ, ਉਹਨੇ ਨਿਰਾਸ਼ ਹੋ ਕੇ ਕਿਹਾ। ਤੂੰ ਸਮਝ ਨਹੀਂ ਸਕਦਾ। ਮੇਰਾ ਬਚ ਜਾਣਾ ਇੱਕ ਚਮਤਕਾਰ ਸੀ। ਮੈਂ ਕਿਵੇਂ ਨਾ ਕਿਵੇਂ ਇੱਥੇ ਪਹੁੰਚ ਗਿਆ ਸਾਂ। ਮੇਰੇ ਵਿੱਚ ਤਾਕਤ ਕਿੱਥੋਂ ਆਈ? ਮੈਂ ਸਿਗਰਟ ਆ ਕੇ ਆਪਣੇ ਲੋਕਾਂ ਨੂੰ ਆਪਣੀ ਮੌਤ ਦੀ ਕਹਾਣੀ ਦੱਸਣਾ ਚਾਹੁੰਦਾ ਸਾਂ ਤਾਂ ਕਿ ਤੂੰ ਰਹਿੰਦੇ ਸਮੇਂ 'ਚ ਤਿਆਰ ਹੋ ਸਕੇ ਜ਼ਿੰਦਾ। ਮੈਂ ਆਪਣੇ ਜੀਵਨ ਨੂੰ ਕੋਈ ਮਹੱਤਵ ਨਹੀਂ ਦਿੰਦਾ। ਮੈਂ ਇਕੱਲਾ। ਮੈਂ ਵਾਪਸ ਆਉਣਾ ਚਾਹੁੰਦਾ ਸਾਂ ਕਿ ਤੁਹਾਨੂੰ ਸਤਰਕ ਕਰ ਦਿਆਂ। ਤੂੰ ਦੇਖ ਲਿਆ, ਕੋਈ ਮੇਰੀ ਗੱਲ ਵੀ ਸੁਣਨਾ ਨਹੀਂ ਚਾਹੁੰਦਾ। ਇਹ 1942 ਦੇ ਅਖੀਰ ਦੀ ਗੱਲ ਹੈ। ਉਸ ਤੋਂ ਪਿੱਛੋਂ ਜੀਵਨ ਸਾਵਾਂ ਹੋਣ ਲੱਗ ਪਿਆ ਸੀ। ਲੰਡਨ ਰੇਡੀਓ, ਜਿਹੜਾ ਅਸੀਂ ਹਰ ਰੋਜ਼ ਸ਼ਾਮ ਵੇਲੇ ਸੁਣਿਆ ਕਰਦੇ ਸਾਂ, ਸਾਨੂੰ ਤਸੱਲੀ ਬਖਸ਼ ਖਬਰ ਦਿੰਦਾ ਸੀ ਕਿ ਜਰਮਨੀ ਤੇ ਰੋਜ਼ ਹੀ ਬੰਬ ਡਿੱਗ ਰਹੇ ਨੇ। ਸਟਾਲਿਨਗਰਾਡ ਦੂਜੇ ਫਰੰਟ ਦੀ ਤਿਆਰੀ ਕਰ ਰਿਹਾ ਤੇ ਅਸੀਂ ਇੱਥੇ ਸਿਗਰਟ ਵਿੱਚ ਰਹਿ ਰਹੇ ਯਹੂਦੀ ਆਉਣ ਵਾਲੇ ਚੰਗੇ ਦਿਨਾਂ ਨੂੰ ਉਡੀਕ ਰਹੇ ਸਾਂ, ਜਿਹੜੇ ਹੁਣ ਦੂਰ ਨਹੀਂ ਸਨ, ਆਉਣ ਹੀ ਵਾਲੇ ਸਨ। ਮੈਂ ਆਪਣੀ ਪੜ੍ਹਾਈ 'ਚ ਰੁੱਝ ਗਿਆ ਸਾਂ। ਦਿਨੇ ਟਾਲਮਟ ਤੇ ਸ਼ਾਮ ਵੇਲੇ ਕਬਾਲਾ। ਮੇਰੇ ਪਿਤਾ ਜੀ ਆਪਣੇ ਵਪਾਰ ਵਿੱਚ ਤੇ ਯਹੂਦੀਆਂ ਦੀਆਂ ਸਮੱਸਿਆਵਾਂ ਸੁਲਝਾਉਣ 'ਚ ਮਸਰੂਫ ਸਨ। ਮੇਰੇ ਦਾਦਾ ਜੀ ਸਾਡੇ ਕੋਲ ਨਵਾਂ ਸਾਲ ਮਨਾਉਣ ਲਈ ਆ ਪਹੁੰਚੇ ਸਨ ਤਾਂ ਕਿ ਉਹ ਮਸ਼ਹੂਰ ਰੱਬੀ ਯਹੂਦੀਆਂ ਦਾ ਧਰਮ ਪ੍ਰਚਾਰਕ ਮੋਰਸ਼ੇ ਦੇ ਵਿਚਾਰ ਸੁਣ ਸਕਣ। ਮੇਰੀ ਮਾਂ ਨੇ ਹਿਲਡਾ ਲਈ ਕੋਈ ਚੰਗਾ ਵਰ ਲੱਭਣ ਲਈ ਸੋਚਣਾ ਸ਼ੁਰੂ ਕਰ ਦਿੱਤਾ ਸੀ। ਇੰਜ 1943 ਦਾ ਸਾਲ ਵੀ ਗੁਜ਼ਰ ਗਿਆ। 1944 ਦੀ ਬਸੰਤ ਰੁੱਤ। ਰੂਸੀ ਮੁਹਾਜ਼ ਤੋਂ ਇੱਕ ਚੰਗੀ ਖਬਰ। ਹੁਣ ਜਰਮਨੀ ਦੀ ਹਾਰ 'ਚ ਕੋਈ ਸ਼ੱਕ ਨਹੀਂ ਸੀ ਰਹਿ ਗਿਆ। ਕੁਝ ਸਮੇਂ ਦਾ ਹੀ ਸਵਾਲ ਸੀ, ਕੁਝ ਮਹੀਨੇ ਜਾਂ ਕੁਝ ਹਫ਼ਤੇ ਸ਼ਾਇਦ। ਰੁੱਖ ਆਪਣੇ ਪੂਰੇ ਜੋਬਨ 'ਤੇ ਸਨ। ਇਹ ਸਾਲ ਕਿਸੇ ਹੋਰ ਸਾਲਾਂ ਵਰਗਾ ਹੀ ਬਸੰਤ ਰੁੱਤ 'ਚ ਲੰਘ ਰਿਹਾ ਸੀ। ਇਸ ਸਾਲ 'ਚ ਮੰਗਣੀਆਂ, ਵਿਆਹ ਤੇ ਬੱਚਿਆਂ ਦਾ ਜਨਮ। ਲੋਕ ਕਿਹਾ ਕਰਦੇ ਸਨ, ਰੂਸੀ ਫੌਜਾਂ ਬੜੀ ਤੇਜ਼ੀ ਨਾਲ ਅੱਗੇ ਵੱਧ ਰਹੀਆਂ ਨੇ। ਹਿਟਲਰ ਹੁਣ ਸਾਡਾ ਕੁਝ ਵੀ ਨਹੀਂ ਵਿਗਾੜ ਸਕੇਗਾ, ਜੇ ਉਹ ਚਾਹੇ ਵੀ ਤਾਂ ਵੀ। ਹਾਂ, ਸਾਨੂੰ ਇਹ ਸ਼ੱਕ ਸੀ ਕਿ ਉਹ ਸਾਨੂੰ ਬਿਲਕੁਲ ਖਤਮ ਕਰਨਾ ਚਾਹੁੰਦਾ ਹੈ। ਕਿ ਉਹ ਸਾਰੇ ਦੇ ਸਾਰੇ ਲੋਕਾਂ ਨੂੰ ਖਤਮ ਕਰ ਦੇਗਾ? ਕਿ ਉਹ ਇੰਨੇ ਸਾਰੇ ਲੋਕਾਂ ਨੂੰ ਖਤਮ ਕਰ ਦੇਗਾ ਜਿਹੜੇ ਇੰਨੇ ਸਾਰੇ ਦੇਸ਼ਾਂ 'ਚ ਰਹਿੰਦੇ ਨੇ, ਲੱਖਾਂ ਕਰੋੜਾਂ ਲੋਕ? ਉਹ ਕਿਹੜੇ ਤਰੀਕੇ ਵਰਤੇਗਾ? ਤੇ ਉਹ ਵੀ ਅੱਜ ਦੀ 20ਵੀਂ ਸਦੀ ਦੇ ਅੱਧ ਵਿਚਕਾਰ। ਇਸ ਤੋਂ ਇਲਾਵਾ ਲੋਕ ਤਾਂ ਹਰ ਗੱਲ 'ਚ ਦਿਲਚਸਪੀ ਰੱਖਦੇ ਹਨ। ਰਣਨੀਤੀ, ਕੂਟਨੀਤੀ, ਰਾਜਨੀਤੀ, ਜ਼ੀਨਿਜ਼ਮ, ਪਰ ਆਪਣੀ ਕਿਸਮਤ 'ਚ ਉਹਨਾਂ ਦਾ ਕੋਈ ਵਿਸ਼ਵਾਸ ਨਹੀਂ।
ਇੱਥੋਂ ਤੱਕ ਕਿ ਮੋਸ਼ੇ ਬੀਡਲ ਵੀ ਚੁੱਪ ਸੀ। ਉਹ ਬੋਲ ਬੋਲ ਕੇ ਥੱਕ ਗਿਆ ਸੀ। ਉਹ ਸਾਈਨਾਗੋਗ 'ਚ ਘੁੰਮਦਾ ਰਹਿੰਦਾ ਸੀ ਤੇ ਜਾਂ ਗਲੀਆਂ 'ਚ ਘੁੰਮਦਾ ਰਹਿੰਦਾ ਸੀ। ਉਹ ਨੀਵੀਂ ਪਾਈ, ਕਮਰ ਝੁਕੀ ਹੋਈ, ਲੋਕਾਂ ਦੀਆਂ ਨਜ਼ਰਾਂ ਤੋਂ ਬਚਦਾ ਰਹਿੰਦਾ ਸੀ। ਉਸ ਵੇਲੇ ਪੈਲੇਸਤੀਨ ਤੋਂ ਪਰਮਿਟ ਮਿਲ ਸਕਦੇ ਸਨ ਉਸ ਦੇਸ਼ 'ਚ ਜਾ ਕੇ ਰਹਿਣ ਲਈ। ਮੈਂ ਆਪਣੇ ਪਿਤਾ ਨੂੰ ਕਿਹਾ ਕਿ ਆਪਣਾ ਵਪਾਰ ਬੰਦ ਕਰਕੇ ਸਾਰਾ ਕੁਝ ਵੇਚ ਵੱਟ ਕੇ ਸਾਨੂੰ ਉੱਥੋਂ ਚਲੇ ਜਾਣਾ ਚਾਹੀਦਾ ਹੈ। ਬੇਟੇ, ਮੈਂ ਬਹੁਤ ਬੁੱਢਾ ਹੋ ਚੁੱਕਾ, ਮੇਰੇ ਪਿਤਾ ਜੀ ਦਾ ਜਵਾਬ ਸੀ। ਨਵੇਂ ਸਿਰੇ ਤੋਂ ਨਵਾਂ ਜੀਵਨ ਸ਼ੁਰੂ ਕਰਨ ਲਈ ਮੈਂ ਬਹੁਤ ਬੁੱਢਾ ਹੋ ਚੁੱਕਾ। ਮੈਂ ਦੂਰ ਕਿਸੇ ਨਵੇਂ ਦੇਸ਼ 'ਚ ਸ਼ੁਰੂ ਤੋਂ ਜੀਵਨ ਬਸਰ ਕਰਨ ਲਈ ਮੈਂ ਬਹੁਤ ਬੁੱਢਾ ਹਾਂ। ਬੁਡਾਪੇਸਟ, ਹੰਗਰੀ ਦੀ ਰਾਜਧਾਨੀ। ਰੇਡੀਓ ਤੋਂ ਖਬਰ ਆਈ ਕਿ ਫਾਸਿਸਟ ਪਾਰਟੀ ਉੱਥੇ ਸੱਤਾ 'ਚ ਆ ਗਈ ਹੈ। ਫੋਰਥੀ ਤੇ ਦਬਾਅ ਪਾਇਆ ਗਿਆ ਸੀ ਕਿ ਉਹ ਨਹਿਲਾਸ ਪਾਰਟੀ ਦੇ ਲੀਡਰ ਨੂੰ ਨਵੀਂ ਸਰਕਾਰ ਬਣਾਉਣ ਲਈ ਆਖੇ। ਇਹ ਸਥਿਤੀ ਅਜੇ ਵੀ ਸਾਨੂੰ ਫਿਕਰਮੰਦ ਨਹੀਂ ਸੀ ਕਰ ਸਕੀ। ਕੋਈ ਸ਼ੱਕ ਨਹੀਂ ਕਿ ਅਸੀਂ ਫਾਸਿਸਟਾਂ ਬਾਰੇ ਸੁਣ ਚੁੱਕੇ ਸਾਂ। ਉਹ ਅਜੇ ਵੀ ਸਾਡੀ ਸੋਚ ਤੋਂ ਦੂਰ ਸਨ। ਸਰਕਾਰ 'ਚ ਸਿਰਫ ਅਜੇ ਇਹੋ ਤਬਦੀਲੀ ਹੋਈ ਸੀ। ਉਸ ਤੋਂ ਅਗਲੇ ਦਿਨ ਇੱਕ ਹੋਰ ਬੁਰੀ ਖਬਰ ਸੁਣੀ ਸੀ। ਸਰਕਾਰ ਦੀ ਸਹਿਮਤੀ ਨਾਲ ਜਰਮਨ ਫੌਜਾਂ ਹੰਗਰੀ ਦੀ ਹੱਦ ਅੰਦਰ ਦਾਖਲ ਹੋ ਚੁੱਕੀਆਂ ਸਨ। ਇੱਧਰ ਉੱਧਰ ਫਿਕਰ ਛਾਣ ਲੱਗ ਪਿਆ ਸੀ। ਸਾਡੇ ਦੋਸਤਾਂ ਵਿੱਚੋਂ ਇੱਕ ਬਰਕੋਵਿਟਸ ਰਾਜਧਾਨੀ ਤੋਂ ਵਾਪਸ ਆ ਗਿਆ ਸੀ। ਉਹਨੇ ਦੱਸਿਆ, ਬੁਦਾਪੇਸਟ ਵਿੱਚ ਯਹੂਦੀ ਲੋਕ ਬੜੇ ਡਰ ਤੇ ਆਤੰਕ ਦੇ ਮਾਹੌਲ 'ਚ ਰਹਿ ਰਹੇ ਹਨ। ਯਹੂਦੀ ਵਿਰੋਧੀ ਵਾਰਦਾਤਾਂ ਹਰ ਰੋਜ਼ ਹੋ ਰਹੀਆਂ ਹਨ। ਗਲੀਆਂ 'ਚ ਤੇ ਰੇਲ ਗੱਡੀਆਂ 'ਚ ਮਾਰਕੁੱਟ ਹੋਣ ਲੱਗ ਪਈ ਸੀ। ਫਾਸਿਸਟ ਲੋਕ ਯਹੂਦੀਆਂ ਦੀਆਂ ਦੁਕਾਨਾਂ ਤੇ ਧਰਮ ਸਥਾਨਾਂ ਤੇ ਹਮਲੇ ਕਰ ਰਹੇ ਸਨ। ਸਥਿਤੀ ਬਹੁਤ ਗੰਭੀਰ ਹੋ ਚੁੱਕੀ ਸੀ। ਇਹ ਖਬਰ ਸਿਗੇਟ ਵਿੱਚ ਅੱਗ ਵਾਂਗ ਫੈਲ ਗਈ ਸੀ। ਛੇਤੀ ਹਰ ਇੱਕ ਦੀ ਜ਼ਬਾਨ ਤੇ ਸੀ। ਪਰ ਬਹੁਤਾ ਚਿਰ ਅਜਿਹਾ ਨਹੀਂ ਸੀ ਰਿਹਾ। ਇਸ ਪਿੱਛੋਂ ਲੋਕਾਂ ਦੇ ਮਨਾਂ 'ਚ ਆਸ਼ਾਵਾਦ ਆਉਣਾ ਸ਼ੁਰੂ ਹੋ ਗਿਆ। ਜਰਮਨ ਇੱਥੋਂ ਤੱਕ ਤਾਂ ਆ ਨਹੀਂ ਸਕਣਗੇ, ਉਹ ਬੁਦਾਪੇਸਟ ਵਿੱਚ ਹੀ ਰਹਿਣਗੇ। ਉਹਦੇ ਰਣਨੀਤਕ ਤੇ ਰਾਜਨੀਤਿਕ ਕਾਰਨ ਹਨ। 3 ਦਿਨਾਂ ਦੇ ਅੰਦਰ ਅੰਦਰ ਜਰਮਨ ਕਾਰਾਂ ਸਾਡੀਆਂ ਗਲੀਆਂ 'ਚ ਪਹੁੰਚ ਗਈਆਂ ਸਨ। ਦੁੱਖ, ਜਰਮਨ ਸਿਪਾਹੀ, ਉਹਨਾਂ ਦੇ ਸਿਰਾਂ ਤੇ ਲੋਹ ਟੋਪ ਤੇ ਉਹਨਾਂ ਉੱਤੇ ਜਰਮਨ ਨਿਸ਼ਾਨ, ਮੌਤ ਦਾ ਬੁਲਾਵਾ। ਕੁਝ ਵੀ ਹੋਵੇ, ਸਾਡਾ ਉਹਨਾਂ ਬਾਰੇ ਪਹਿਲਾ ਵਿਚਾਰ ਬੜਾ ਤਸੱਲੀ ਬਖਸ਼ ਸੀ। ਜਰਮਨ ਅਫਸਰਾਂ ਨੂੰ ਪ੍ਰਾਈਵੇਟ ਘਰਾਂ 'ਚ ਰੱਖਿਆ ਗਿਆ ਸੀ। ਕੁਝ ਸਿਪਾਹੀ ਯਹੂਦੀਆਂ ਦੇ ਘਰਾਂ 'ਚ ਵੀ ਰਹਿਣ ਆ ਗਏ ਸਨ। ਉਹਨਾਂ ਦਾ ਰਵੱਈਆ ਯਹੂਦੀਆਂ ਨਾਲ ਵੱਖਰਾ ਜਿਹਾ ਸੀ, ਪਰ ਉਹ ਨਿਮਰਤਾ ਨਾਲ ਹੀ ਪੇਸ਼ ਆਉਂਦੇ ਸਨ। ਉਹਨਾਂ ਦੀਆਂ ਮੰਗਾਂ ਅਸੰਭਵ ਨਹੀਂ ਸਨ। ਨਾ ਹੀ ਕਦੇ ਉਹ ਕੋਈ ਕਿਸੇ ਗੱਲ ਦੀ ਆਲੋਚਨਾ ਕਰਦੇ ਸਨ ਤੇ ਕਦੇ-ਕਦੇ ਮੁਸਕਰਾ ਵੀ ਪੈਂਦੇ ਸਨ। ਜਦੋਂ ਵੀ ਉਹ ਘਰ ਦੀ ਮਾਲਕਣ ਦੀ ਕੋਈ ਚੰਗੀ ਗੱਲ ਦੇਖਦੇ ਤਾਂ ਮੁਸਕਰਾ ਛੱਡਦੇ ਸਨ। ਇੱਕ ਜਰਮਨ ਅਫਸਰ ਸਾਡੇ ਘਰ ਦੇ ਸਾਹਮਣੇ ਵਾਲੇ ਘਰ 'ਚ ਰਹਿ ਰਿਹਾ ਸੀ। ਕਾਨ ਪਰਿਵਾਰ ਨਾਲ ਉਹ ਇੱਕ ਕਮਰੇ 'ਚ ਰਹਿੰਦਾ ਹੁੰਦਾ ਸੀ। ਉਹ ਮਨਮੋਹਕ ਸੀ ਤੇ ਬੜੇ ਸ਼ਾਂਤ ਸੁਭਾਅ ਵਾਲਾ ਸੀ। ਉਹਦਾ ਸੁਭਾਅ ਬੜਾ ਨਿਮਰ ਸੀ ਤੇ ਪਰਿਵਾਰ ਦੇ ਸਾਰੇ ਲੋਕ ਉਹਨੂੰ ਪਸੰਦ ਕਰਦੇ ਸਨ। ਉਹਨਾਂ ਲਈ ਹਮਦਰਦੀ ਨਾਲ ਪੇਸ਼ ਆਉਂਦਾ ਸੀ। 3 ਕੁ ਦਿਨਾਂ ਪਿੱਛੋਂ ਉਹਨੇ ਮੈਡਮ ਕਾਨ ਲਈ ਚਾਕਲੇਟਾਂ ਦਾ ਇੱਕ ਡੱਬਾ ਭੇਂਟ ਕੀਤਾ ਸੀ। ਆਸ਼ਾਵਾਦੀ ਲੋਕ ਬੜੇ ਖੁਸ਼ ਸਨ। ਆਹ ਦੇਖ ਲਓ, ਤੁਸੀਂ ਆਪ ਹੀ ਦੇਖ ਲਿਆ। ਅਸੀਂ ਤੁਹਾਨੂੰ ਕਿਹਾ ਨਹੀਂ ਸੀ, ਪਰ ਤੁਸੀਂ ਸਾਡਾ ਇਤਬਾਰ ਹੀ ਨਹੀਂ ਸੀ ਕੀਤਾ। ਆਹ ਨੇ ਤੁਹਾਡੇ ਜਰਮਨ। ਤੁਸੀਂ ਇਹਨਾਂ ਬਾਰੇ ਕੀ ਸੋਚਦੇ ਹੋ? ਕਿੱਥੇ ਹੈ ਇਹਨਾਂ ਦੀ ਬੇਰਹਿਮੀ? ਜਰਮਨ ਤਾਂ ਸ਼ਹਿਰ ਦੇ ਅੰਦਰ ਹੀ ਪਹੁੰਚ ਚੁੱਕੇ ਸਨ। ਫਾਸਿਸਟ ਲੋਕ ਸੱਤਾ ਵਿੱਚ ਸਨ। ਹੁਕਮ ਹੋ ਚੁੱਕੇ ਸਨ, ਪਰ ਫਿਰ ਵੀ ਸਿਗੇਟ ਸ਼ਹਿਰ ਦੇ ਲੋਕ ਮੁਸਕਰਾ ਰਹੇ ਸਨ। 1 ਹਫ਼ਤਾ ਗੁਜ਼ਰ ਚੁੱਕਾ ਸੀ। ਮੌਸਮ ਬਹੁਤ ਸੋਹਣਾ ਸੀ। ਮੇਰੀ ਮਾਂ ਆਪਣੀ ਰਸੋਈ 'ਚ ਰੁੱਝੀ ਰਹਿੰਦੀ ਸੀ। ਹੁਣ ਕੋਈ ਸਾਈਨਾਗੋਗ ਖੁੱਲ੍ਹਾ ਨਹੀਂ ਸੀ ਰਹਿ ਗਿਆ। ਅਸੀਂ ਘਰਾਂ ਵਿੱਚ ਹੀ ਇਕੱਠੇ ਹੋ ਜਾਇਆ ਕਰਦੇ ਸਾਂ। ਜਰਮਨਾਂ ਨਾਲ ਕੋਈ ਛੇੜਖਾਨੀ ਨਹੀਂ ਸੀ ਕਰਨੀ। ਅਸਲ ਵਿੱਚ ਹਰ ਰੱਬੀ ਦਾ ਘਰ ਅਰਦਾਸ ਲਈ ਥਾਂ ਬਣ ਚੁੱਕਾ ਸੀ। ਅਸੀਂ ਖਾਂਦੇ ਪੀਂਦੇ ਸਾਂ ਤੇ ਅਸੀਂ ਗਾਉਂਦੇ ਵੀ ਸਾਂ। 7 ਦਿਨਾਂ ਵਾਲੇ ਵਰਤ ਵਿੱਚ ਸਾਡੀ ਧਾਰਮਿਕ ਪੁਸਤਕ ਅਨੁਸਾਰ ਕੋਈ ਖੁਸ਼ੀ ਮਨਾਉਣੀ ਵਰਜਿਤ ਸੀ। 1 ਹਫ਼ਤੇ ਪਿੱਛੋਂ ਹੀ ਅਸੀਂ ਖੁਸ਼ੀਆਂ ਮਨਾ ਸਕਦੇ ਸਾਂ, ਪਰ ਸਾਡੇ ਦਿਲਾਂ 'ਚ ਕੁਝ ਹੋਰ ਹੀ ਸੀ। ਸਾਡੇ ਦਿਲਾਂ 'ਚ ਸਮਝਦਾਰੀ ਵਾਲੇ ਦਿਨਾਂ ਦੀ ਉਡੀਕ ਸੀ। ਅਸੀਂ ਬੇਸਬਰੀ ਨਾਲ ਵਰਤ ਵਾਲੇ ਦਿਨਾਂ ਦੇ ਖਤਮ ਹੋਣ ਦੀ ਉਡੀਕ ਕਰ ਰਹੇ ਸਾਂ, ਤਾਂ ਕਿ ਇਹ ਖੁਸ਼ ਰਹਿਣ ਵਾਲੀ ਖੇਡ ਨਾ ਖੇਡਣੀ ਪਵੇ। 7 ਦਿਨਾਂ ਪਿੱਛੋਂ ਪਰਦਾ ਉੱਠ ਗਿਆ ਸੀ। ਜਰਮਨਾਂ ਨੇ ਯਹੂਦੀਆਂ ਦੇ ਲੀਡਰਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਉਸ ਪਲ ਹਰ ਕੰਮ ਬੜੀ ਜਲਦੀ 'ਚ ਹੋਇਆ ਸੀ।
ਮੌਤ ਵੱਲ ਦੌੜ ਸ਼ੁਰੂ ਹੋ ਚੁੱਕੀ ਸੀ। ਪਹਿਲਾ ਕਦਮ, ਕੋਈ ਵੀ ਯਹੂਦੀ ਮੌਤ ਪਿੱਛੋਂ 3 ਦਿਨਾਂ ਤੱਕ ਆਪਣੇ ਘਰ ਤੋਂ ਬਾਹਰ ਨਹੀਂ ਆਏਗਾ। ਮੋਸ਼ੇ ਬੀਡਲ ਸਾਡੇ ਘਰ ਭੱਜਾ ਆਇਆ ਸੀ। ਮੈਂ ਤੁਹਾਨੂੰ ਪਹਿਲਾਂ ਹੀ ਸਤਰਕ ਕੀਤਾ ਸੀ। ਮੇਰੇ ਪਿਤਾ ਨੂੰ ਉਹਨੇ ਚੀਕ ਕੇ ਕਿਹਾ ਸੀ ਤੇ ਇਸ ਗੱਲ ਦਾ ਜਵਾਬ ਸੁਣੇ ਬਿਨਾਂ ਉਹ ਭੱਜ ਗਿਆ ਸੀ। ਉਸੇ ਦਿਨ ਹੀ ਹੰਗਰੀ ਦੀ ਪੁਲਿਸ ਸਾਡੀ ਗਲੀ ਦੇ ਸਾਰੇ ਘਰਾਂ ਅੰਦਰ ਪਹੁੰਚ ਗਈ। ਕਿਸੇ ਵੀ ਯਹੂਦੀ ਨੂੰ ਆਪਣੇ ਘਰ 'ਚ ਸੋਨਾ ਰੱਖਣ ਦਾ ਕੋਈ ਅਧਿਕਾਰ ਨਹੀਂ ਸੀ। ਸੋਨਾ ਜਾਂ ਕੋਈ ਹੀਰੇ ਜਵਾਹਰਾਤ ਕੋਈ ਯਹੂਦੀ ਨਹੀਂ ਸੀ ਰੱਖ ਸਕਦਾ। ਹਰ ਕੀਮਤੀ ਚੀਜ਼ ਹੁਕਮਰਾਨਾਂ ਨੂੰ ਦੇਣ ਦੇ ਹੁਕਮ ਸਨ। ਮੇਰੇ ਪਿਤਾ ਜੀ ਹੇਠਾਂ ਭੋਰੇ 'ਚ ਗਏ ਤੇ ਉਹਨਾਂ ਨੇ ਸਾਡੀ ਸਾਰੀ ਬੱਚਤ ਉੱਥੇ ਦੱਬ ਦਿੱਤੀ। ਘਰ 'ਚ ਮੇਰੀ ਮਾਂ ਆਪਣੇ ਆਪ ਨੂੰ ਆਮ ਵਾਂਗ ਕੀਤੇ ਜਾਂਦੇ ਕੰਮਾਂ 'ਚ ਰੁੱਝੀ ਰਹਿੰਦੀ ਸੀ। ਕੁਝ ਚਿਰ ਪਿੱਛੋਂ ਚੁੱਪਚਾਪ ਸਾਡੇ ਵੱਲ ਦੇਖ ਲੈਂਦੀ ਸੀ। ਚੁੱਪ ਸੀ। ਜਦੋਂ 3 ਦਿਨ ਗੁਜ਼ਰ ਗਏ ਤਾਂ ਨਵਾਂ ਹੁਕਮ ਹੋ ਗਿਆ। ਹਰ ਇੱਕ ਯਹੂਦੀ ਨੂੰ ਹੁਣ ਪੀਲਾ ਤਾਰਾ ਪਹਿਨਣਾ ਪਏਗਾ। ਕਈ ਯਹੂਦੀਆਂ ਦੇ ਕਹਿੰਦੇ ਕਹਾਉਂਦੇ ਲੋਕ ਮੇਰੇ ਪਿਤਾ ਜੀ ਨੂੰ ਮਿਲਣ ਪਹੁੰਚ ਗਏ। ਉਹਨਾਂ ਦੀ ਹੰਗਰੀ ਦੀ ਪੁਲਿਸ 'ਚ ਚੰਗੀ ਜਾਣ ਪਛਾਣ ਸੀ। ਉਹ ਪੁੱਛਣ ਆਏ ਸਨ ਕਿ ਅਜੋਕੇ ਹਾਲਾਤ ਬਾਰੇ ਉਹਨਾਂ ਦਾ ਵਿਚਾਰ ਕੀ ਸੀ। ਮੇਰੇ ਪਿਤਾ ਜੀ ਇਹਨਾਂ ਹਾਲਾਤ ਨੂੰ ਬਹੁਤ ਬੁਰਾ ਨਹੀਂ ਸਨ ਸਮਝਦੇ, ਪਰ ਉਹ ਲੋਕਾਂ ਦੇ ਦਿਲਾਂ 'ਤੇ ਨਮਕ ਵੀ ਨਹੀਂ ਸਨ ਛਿੜਕਣਾ ਚਾਹੁੰਦੇ ਤਾਂ ਕਿ ਉਹ ਲੋਕ ਦਿਲਗੀਰ ਨਾ ਹੋ ਜਾਣ। ਉਹ ਪੀਲਾ ਸਿਤਾਰਾ, ਉਹਦੇ ਨਾਲ ਕੀ ਹੋ ਜਾਏਗਾ? ਤੁਸੀਂ ਉਸ ਨਾਲ ਮਰ ਤਾਂ ਨਹੀਂ ਜਾਓਗੇ? ਬਦਕਿਸਮਤ ਪਿਤਾ ਜੀ, ਤਾਂ ਤੁਸੀਂ ਮਰੇ ਕਿਵੇਂ ਤੇ ਕਿਉਂ? ਪਰ ਹੁਣ ਤਾਂ ਨਿੱਤ ਨਵੇਂ ਹੁਕਮ ਹੋਣ ਲੱਗ ਪਏ ਸਨ। ਸਾਨੂੰ ਕਿਸੇ ਰੈਸਤਰਾਂ ਵਿੱਚ ਜਾਂ ਕਿਸੇ ਕੈਫੇ 'ਚ ਜਾਣ ਦੀ ਇਜਾਜ਼ਤ ਨਹੀਂ ਸੀ। ਅਸੀਂ ਕਿਸੇ ਰੇਲ ਗੱਡੀ ਦਾ ਸਫ਼ਰ ਨਹੀਂ ਸੀ ਕਰ ਸਕਦੇ, ਨਾ ਹੀ ਕਿਸੇ ਸਾਈਨਗੋਗ 'ਚ ਜਾ ਸਕਦੇ ਸਾਂ ਤੇ ਨਾ ਹੀ ਸ਼ਾਮ ਨੂੰ 6 ਵਜੇ ਤੋਂ ਮਗਰੋਂ ਅਸੀਂ ਆਪਣੇ ਘਰੋਂ ਬਾਹਰ ਆ ਸਕਦੇ ਸਾਂ। ਫਿਰ ਬਸਤੀ ਸਿਗੇਟ 'ਚ 2 ਬਸਤੀਆਂ ਬਣਾਈਆਂ ਗਈਆਂ ਸਨ। ਵੱਡੀ ਬਸਤੀ ਸ਼ਹਿਰ ਦੇ ਵਿਚਕਾਰ ਸੀ, ਜਿਸ ਵਿੱਚ 4 ਗਲੀਆਂ ਸਨ ਤੇ ਉਹਨਾਂ ਗਲੀਆਂ ਵਿਚਲੇ ਸਾਰੇ ਮਕਾਨ ਘਿਰੇ ਹੋਏ ਸਨ, ਤੇ ਦੂਜੀ ਛੋਟੀ ਬਸਤੀ ਬਹੁਤ ਸਾਰੀਆਂ ਛੋਟੀਆਂ ਗਲੀਆਂ ਨੂੰ ਮਿਲਾ ਕੇ ਬਣਾਈ ਗਈ ਸੀ। ਜਿਹੜੀ ਗਲੀ 'ਚ ਅਸੀਂ ਰਹਿੰਦੇ ਸਾਂ ਉਹਦਾ ਨਾਂ ਸਰਪੈਂਟ ਸਟਰੀਟ ਸੀ। ਉਹ ਪਹਿਲੀ ਬਸਤੀ ਵਿੱਚ ਸੀ ਜਿੱਥੇ ਅਸੀਂ ਹੁਣ ਵੀ ਰਹਿ ਰਹੇ ਸਾਂ, ਪਰ ਇਹ ਇੱਕ ਕਿਨਾਰੇ 'ਤੇ ਸੀ। ਜਿਹੜੀਆਂ ਖਿੜਕੀਆਂ ਗਲੀ ਵੱਲ ਖੁੱਲ੍ਹਦੀਆਂ ਸਨ ਉਹਨਾਂ ਨੂੰ ਬੰਦ ਰੱਖਣਾ ਜ਼ਰੂਰੀ ਸੀ। ਅਸੀਂ ਆਪਣੇ ਘਰ 'ਚ ਕੁਝ ਕਮਰੇ ਉਹਨਾਂ ਰਿਸ਼ਤੇਦਾਰਾਂ ਨੂੰ ਦੇ ਦਿੱਤੇ ਸਨ ਜਿਨ੍ਹਾਂ ਨੂੰ ਉਹਨਾਂ ਦੇ ਫਲੈਟਾਂ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ। ਹੌਲੀ ਹੌਲੀ ਜੀਵਨ ਮੁੜ ਸਾਵਾਂ ਹੋਣ ਲੱਗ ਪਿਆ ਸੀ। ਕੰਡਿਆਲੀ ਤਾਰ ਜਿਹੜੀ ਸਾਡੇ ਘਰਾਂ ਦੇ ਆਲੇ ਦੁਆਲੇ ਲਾਈ ਗਈ ਸੀ, ਉਸ ਤੋਂ ਸਾਨੂੰ ਕੋਈ ਅਸਲ ਡਰ ਨਹੀਂ ਸੀ ਰਿਹਾ। ਅਸੀਂ ਸਗੋਂ ਆਪਣੇ ਆਪ ਨੂੰ ਹੋਰ ਸੁਰੱਖਿਅਤ ਮਹਿਸੂਸ ਕਰ ਰਹੇ ਸਾਂ। ਅਸੀਂ ਬਿਲਕੁਲ ਆਤਮ ਨਿਰਭਰ ਹੋ ਗਏ ਸਾਂ, ਜਿਵੇਂ ਇੱਕ ਛੋਟਾ ਜਿਹਾ ਯਹੂਦੀ ਗਣਤੰਤਰ ਹੋਵੇ। ਅਸੀਂ ਇੱਕ ਯਹੂਦੀ ਕੌਂਸਲ ਦਾ ਗਠਨ ਕਰ ਲਿਆ ਸੀ। ਸਾਡੀ ਇੱਕ ਯਹੂਦੀ ਪੁਲਿਸ ਸੀ, ਇੱਕ ਦਫ਼ਤਰ ਸੀ, ਸਮਾਜਿਕ ਸਮੱਸਿਆਵਾਂ ਹੱਲ ਕਰਨ ਲਈ ਇੱਕ ਮਜ਼ਦੂਰ ਕਮੇਟੀ ਸੀ, ਆਲੇ ਦੁਆਲੇ ਸਾਫ਼ ਸਫਾਈ ਦਾ ਖਿਆਲ ਰੱਖਣ ਲਈ ਵੀ ਇੱਕ ਅਦਾਰਾ ਸੀ, ਜਿਵੇਂ ਸਰਕਾਰੀ ਮਸ਼ੀਨਰੀ ਹੁੰਦੀ ਹੈ। ਇਸ ਬੰਦੋਬਸਤ ਨੂੰ ਹਰ ਕੋਈ ਪਸੰਦ ਕਰਦਾ ਸੀ। ਸਾਡੀਆਂ ਨਜ਼ਰਾਂ ਅੱਗੇ ਉਹ ਵਿਰੋਧਮਈ ਚਿਹਰੇ ਨਹੀਂ ਸੀ ਹੋਣੇ ਚਾਹੀਦੇ, ਉਹ ਗੁੱਸੇ ਭਰੀਆਂ ਨਜ਼ਰਾਂ। ਸਾਡਾ ਦੁੱਖ ਤੇ ਡਰ ਇੱਕ ਸਿਰੇ ਤੇ ਪਹੁੰਚ ਗਿਆ ਸੀ। ਹੁਣ ਅਸੀਂ ਯਹੂਦੀਆਂ ਵਿੱਚ ਹੀ ਰਹਿ ਰਹੇ ਸਾਂ, ਆਪਣੇ ਭਰਾਵਾਂ ਵਿੱਚ। ਬਿਲਕੁਲ ਅਜੇ ਵੀ ਕੁਝ ਅਣਸੁਖਾਵੇਂ ਪਲ ਹੈ ਸਨ। ਹਰ ਰੋਜ਼ ਜਰਮਨ ਆ ਧਮਕਦੇ ਸਨ, ਕੁਝ ਅਜਿਹੇ ਲੋਕਾਂ ਨੂੰ ਲੈ ਜਾਣ ਲਈ ਤਾਂ ਕਿ ਫੌਜੀ ਗੱਡੀਆਂ 'ਚ ਕੋਲਾ ਝੋਕਿਆ ਜਾ ਸਕੇ। ਬਹੁਤ ਲੋਕ ਇਹੋ ਜਿਹਾ ਕੰਮ ਕਰਨ ਲਈ ਤਿਆਰ ਨਹੀਂ ਸਨ ਹੁੰਦੇ। ਇਸ ਤੋਂ ਇਲਾਵਾ ਸਾਰਾ ਮਾਹੌਲ ਸ਼ਾਂਤਮਈ ਸੀ ਤੇ ਤਸੱਲੀਬਖਸ਼ ਸੀ। ਆਮ ਇਹ ਧਾਰਨਾ ਬਣ ਚੁੱਕੀ ਸੀ ਕਿ ਅਸੀਂ ਇਹਨਾਂ ਬਸਤੀਆਂ 'ਚ ਜੰਗ ਦੇ ਖਤਮ ਹੋਣ ਤੱਕ ਹੀ ਰਹਾਂਗੇ। ਜਦੋਂ ਤੱਕ ਰੂਸੀ ਲਾਲ ਫੌਜਾਂ ਨਹੀਂ ਪਹੁੰਚ ਜਾਂਦੀਆਂ, ਉਸ ਪਿੱਛੋਂ ਸਾਰਾ ਕੁਝ ਪਹਿਲਾਂ ਵਰਗਾ ਹੋ ਜਾਏਗਾ। ਇੱਥੇ ਨਾ ਤਾਂ ਜਰਮਨ ਤੇ ਨਾ ਹੀ ਯਹੂਦੀ ਸਨ ਜਿਹੜੇ ਬਸਤੀ ਵਿੱਚ ਸਾਰਾ ਇੰਤਜ਼ਾਮ ਕਰਦੇ ਸਨ। ਇਹ ਤਾਂ ਵੱਡਾ ਭੁਲੇਖਾ ਸੀ। ਸਨਿਚਰਵਾਰ ਵਾਲੇ ਦਿਨ, ਯਹੂਦੀਆਂ ਦੇ ਹਫ਼ਤੇ ਵਾਲੇ ਵਰਤ ਤੋਂ ਪਹਿਲਾਂ 6ਵੇਂ ਦਿਨ, ਲੋਕ ਆਮ ਵਾਂਗ ਤੁਰੇ ਫਿਰਦੇ ਸਨ। ਉਹਨਾਂ ਨੂੰ ਕੋਈ ਫਿਕਰ ਫਾਕਾ ਨਹੀਂ ਸੀ ਤੇ ਨਾ ਹੀ ਕੋਈ ਪਰਵਾਹ। ਉਹ ਤਾਂ ਗਲੀਆਂ 'ਚ ਹਰਲ ਹਰਲ ਕਰਦੇ ਫਿਰਦੇ ਸਨ, ਬੜੀ ਖੁਸ਼ੀ 'ਚ ਗੱਲਾਂ ਕਰ ਰਹੇ ਸਨ। ਬੱਚੇ ਸੜਕ ਦੇ ਕੰਢੇ ਪੈਦਲ ਚੱਲਣ ਵਾਲੀ ਪੱਟੀ 'ਤੇ ਖੇਡ ਰਹੇ ਸਨ। ਮੇਰੇ ਸਕੂਲ ਦੇ ਦੋਸਤ ਵੀ ਸਨ। ਮੈਂ ਐਜ਼ਰਾ ਮਲਿਕ ਬਾਗ ਵਿੱਚ ਬੈਠਾ ਤਾਲਮਡ
ਪੜ੍ਹ ਰਿਹਾ ਸਾਂ ਤੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸਾਂ। ਰਾਤ ਪੈ ਚੁੱਕੀ ਸੀ। ਕੋਈ 20 ਕੁ ਲੋਕ ਸਾਡੇ ਪਿਛਲੇ ਵਿਹੜੇ 'ਚ ਇਕੱਠੇ ਹੋ ਗਏ ਸਨ। ਮੇਰੇ ਪਿਤਾ ਜੀ ਉਹਨਾਂ ਨੂੰ ਲਤੀਫੇ ਸੁਣਾ ਰਹੇ ਸਨ। ਉਹ ਅਜੋਕੇ ਮਾਹੌਲ ਬਾਰੇ ਆਪਣੇ ਵਿਚਾਰ ਵੀ ਸਾਂਝੇ ਕਰ ਰਹੇ ਸਨ। ਉਹ ਇੱਕ ਚੰਗੀ ਕਹਾਣੀ ਰਚਾਇਤਾ ਸਨ। ਅਚਾਨਕ ਬੂਹਾ ਖੁੱਲਿਆ ਤੇ ਸਟੈਨ ਅੰਦਰ ਆ ਵੜਿਆ। ਉਹ ਇੱਕ ਵਪਾਰੀ ਸੀ ਤੇ ਹੁਣ ਉਹਨੇ ਪੁਲਿਸ 'ਚ ਨੌਕਰੀ ਕਰ ਲਈ ਸੀ। ਆਉਣ ਸਾਰ ਉਹਨੇ ਪਿਤਾ ਜੀ ਨੂੰ ਇੱਕ ਪਾਸੇ ਹੋ ਕੇ ਉਹਦੀ ਗੱਲ ਸੁਣਨ ਲਈ ਇਸ਼ਾਰਾ ਕੀਤਾ। ਭਾਵੇਂ ਘੁਸਮੁਸਾ ਜਿਹਾ ਹਨੇਰਾ ਹੋ ਚੁੱਕਾ ਸੀ, ਮੈਂ ਦੇਖਿਆ ਕਿ ਮੇਰੇ ਪਿਤਾ ਜੀ ਦਾ ਚਿਹਰਾ ਪੀਲਾ ਪੈ ਗਿਆ ਸੀ। ਕੀ ਗੱਲ ਹੈ? ਅਸੀਂ ਸਾਰਿਆਂ ਨੇ ਉਹਨਾਂ ਤੋਂ ਪੁੱਛਿਆ। ਮੈਨੂੰ ਨਹੀਂ ਪਤਾ, ਮੈਨੂੰ ਇੱਕ ਖਾਸ ਕੌਂਸਲ ਦੀ ਮੀਟਿੰਗ 'ਚ ਬੁਲਾਇਆ ਗਿਆ। ਕੁਝ ਵਾਪਰ ਗਿਆ ਹੋਏਗਾ। ਉਹਨਾਂ ਦੀ ਦਿਲਚਸਪ ਕਹਾਣੀ ਵਿੱਚ ਹੀ ਰਹਿ ਗਈ ਸੀ ਤੇ ਗੱਲ ਅੱਧ ਵਿਚਕਾਰ ਹੀ ਰਹੀ। ਮੈਂ ਜਾ ਰਿਹਾ। ਉਹ ਚਲੇ ਗਏ। ਮੈਂ ਜਿੰਨੀ ਜਲਦੀ ਹੋਇਆ ਪਰਤ ਆਵਾਂਗਾ ਤੇ ਛੇਤੀ ਆ ਕੇ ਤੁਹਾਨੂੰ ਸਾਰੀ ਗੱਲ ਦੱਸਾਂਗਾ। ਮੇਰੀ ਉਡੀਕ ਰੱਖਿਓ। ਅਸੀਂ ਕੁਝ ਘੰਟਿਆਂ ਤੱਕ ਉਡੀਕਣ ਲਈ ਤਿਆਰ ਸਾਂ। ਸਾਡੇ ਘਰ ਦਾ ਪਿਛਲਾ ਵਿਹੜਾ ਕਿਸੇ ਆਪਰੇਸ਼ਨ ਥੀਏਟਰ ਦੇ ਬਾਹਰ ਇੱਕ ਹਾਲ ਵਾਂਗ ਲੱਗ ਰਿਹਾ ਸੀ। ਅਸੀਂ ਸਾਰੇ ਦਰਵਾਜ਼ਾ ਖੁੱਲ੍ਹਣ ਦੀ ਉਡੀਕ 'ਚ ਸਾਂ, ਜਿਵੇਂ ਸਾਨੂੰ ਕੋਈ ਅਸਮਾਨ ਦੇ ਫਟਣ ਦੀ ਉਮੀਦ ਹੋਵੇ। ਦੂਜੇ ਗੁਆਂਢੀਆਂ ਨੇ ਅਫਵਾਹਾਂ ਸੁਣੀਆਂ ਸਨ ਤੇ ਉਹ ਸਾਨੂੰ ਦੱਸਣ ਪਹੁੰਚ ਰਹੇ ਸਨ। ਲੋਕ ਬਾਰ-ਬਾਰ ਆਪਣੀਆਂ ਘੜੀਆਂ ਦੇਖ ਰਹੇ ਸਨ। ਸਮਾਂ ਆਪਣੀ ਚਾਲ ਬੜੀ ਹੌਲੀ ਚੱਲ ਰਿਹਾ ਸੀ। ਇੰਨੀ ਲੰਮੀ ਦੇਰ ਤੱਕ ਮੀਟਿੰਗ ਦਾ ਕੀ ਮਤਲਬ ਸੀ? ਮੈਨੂੰ ਕਿਸੇ ਆਉਣ ਵਾਲੇ ਖਤਰੇ ਦਾ ਅਹਿਸਾਸ ਹੋ ਰਿਹਾ ਹੈ, ਮੇਰੀ ਮਾਂ ਨੇ ਕਿਹਾ। ਅੱਜ ਸਵੇਰੇ ਮੈਂ ਆਪਣੀ ਬਸਤੀ ਵਿੱਚ ਕੁਝ ਨਵੇਂ ਚਿਹਰੇ ਦੇਖੇ ਸਨ। 2 ਜਰਮਨ ਅਫਸਰ, ਗੈਸਟੈਪੋ ਜਰਮਨ ਫੌਜ। ਮੈਨੂੰ ਲੱਗਦਾ ਹੈ ਜਦੋਂ ਤੋਂ ਅਸੀਂ ਇੱਥੇ ਰਹਿ ਰਹੇ ਸਾਂ ਕਦੇ ਵੀ ਕੋਈ ਜਰਮਨ ਅਫਸਰ ਇੱਧਰ ਨਹੀਂ ਸੀ ਦੇਖਿਆ। ਹੁਣ ਲਗਭਗ ਅੱਧੀ ਰਾਤ ਹੋ ਚੁੱਕੀ ਸੀ। ਕੋਈ ਵੀ ਆਪਣੇ ਘਰ ਸੌਣ ਨਹੀਂ ਸੀ ਜਾ ਰਿਹਾ। ਕੁਝ ਲੋਕ ਛੇਤੀ ਨਾਲ ਆਪਣੇ ਘਰ ਗੇੜਾ ਮਾਰ ਆਏ ਸਨ ਤਾਂ ਕਿ ਉਹ ਆਪਣੀ ਤਸੱਲੀ ਕਰ ਸਕਣ ਕਿ ਸਭ ਠੀਕ ਠਾਕ ਸੀ। ਕੁਝ ਹੋਰ ਆਪੋ ਆਪਣੇ ਘਰੀਂ ਪਰਤ ਗਏ ਸਨ, ਪਰ ਉਹ ਇਹ ਕਹਿ ਕੇ ਗਏ ਸਨ ਕਿ ਜਦੋਂ ਵੀ ਕੋਈ ਖਬਰ ਮਿਲੇ ਉਹਨਾਂ ਨੂੰ ਤੁਰੰਤ ਦੱਸ ਦਿੱਤਾ ਜਾਏ। ਅਖੀਰ ਬੂਹਾ ਖੋਲ੍ਹਿਆ ਤੇ ਉਹ ਅੰਦਰ ਆ ਗਏ। ਇੱਕਦਮ ਉਹਨਾਂ ਨੂੰ ਲੋਕਾਂ ਨੇ ਘੇਰ ਲਿਆ। ਉਹਨਾਂ ਦਾ ਚਿਹਰਾ ਪੀਲਾ ਪੈ ਗਿਆ ਸੀ। ਕੀ ਹੋਇਆ? ਸਾਨੂੰ ਕੁਝ ਤਾਂ ਦੱਸੋ ਕਿ ਹੋਇਆ ਕੀ ਸੀ? ਕੁਝ ਤਾਂ ਬੋਲੋ। ਅਸੀਂ ਉਸ ਵੇਲੇ ਇੱਕ ਸ਼ਬਦ ਭਰੋਸੇ ਵਾਲਾ ਸੁਣਨ ਲਈ ਕਿੰਨੇ ਆਤੁਰ ਸਾਂ। ਸਿਰਫ ਇੱਕ ਸ਼ਬਦ ਜਿਹੜਾ ਸਾਨੂੰ ਭਰੋਸਾ ਦੇ ਸਕਦਾ ਸੀ। ਇੱਕ ਸ਼ਬਦ ਕਿ ਸਾਨੂੰ ਡਰਨ ਦੀ ਕੋਈ ਲੋੜ ਨਹੀਂ ਸੀ, ਕਿ ਇਹ ਮੀਟਿੰਗ ਕਿਧਰੇ ਵੀ ਹੋ ਸਕਦੀ ਸੀ ਤੇ ਆਮ ਸੁਰੱਖਿਆ ਦੀ ਗੱਲ ਕਰਨ ਲਈ ਹੀ ਸੀ ਜਾਂ ਕਿਸੇ ਸਾਫ਼ ਸਫਾਈ ਬਾਰੇ ਸੀ। ਪਰ ਮੇਰੇ ਲਈ ਮੇਰੇ ਪਿਤਾ ਜੀ ਦੇ ਉਦਾਸ ਚਿਹਰੇ ਨੂੰ ਦੇਖਣਾ ਹੀ ਕਾਫੀ ਸੀ। ਇੱਕ ਬੁਰੀ ਖਬਰ ਹੈ, ਅਖੀਰ ਉਹਨਾਂ ਨੇ ਕਿਹਾ। ਦੇਸ਼ ਨਿਕਾਲਾ। ਉਸ ਬਸਤੀ ਨੂੰ ਖਤਮ ਕਰ ਦਿੱਤਾ ਜਾਏਗਾ। ਅਸੀਂ ਗਲੀਵਾਰ ਆਪਣੇ ਘਰ ਖਾਲੀ ਕਰਨੇ ਸਨ। ਅਗਲੇ ਦਿਨ ਤੋਂ ਹੀ ਇਹ ਸਿਲਸਿਲਾ ਸ਼ੁਰੂ ਹੋ ਜਾਣਾ ਸੀ। ਅਸੀਂ ਸਾਰੀ ਗੱਲ ਵਿਸਥਾਰ 'ਚ ਸੁਣਨਾ ਚਾਹੁੰਦੇ ਸੀ। ਇਸ ਖਬਰ ਨੇ ਸਭ ਨੂੰ ਪਰੇਸ਼ਾਨ ਕਰ ਦਿੱਤਾ ਸੀ। ਫਿਰ ਵੀ ਲੋਕ ਸਾਰਾ ਕੁਝ, ਭਾਵੇਂ ਉਹ ਕੁਝ ਵੀ ਕਿਉਂ ਨਾ ਹੋਵੇ, ਸੁਣਨਾ ਚਾਹੁੰਦੇ ਸਨ। ਸਾਨੂੰ ਕਿੱਥੇ ਲਿਜਾਇਆ ਜਾਏਗਾ? ਇਹ ਗੁਪਤ ਸੂਚਨਾ ਸੀ। ਸਾਰਿਆਂ ਕੋਲੋਂ ਇਹਨੂੰ ਗੁਪਤ ਰੱਖਿਆ ਗਿਆ ਸੀ, ਸਿਰਫ ਇੱਕ ਨੂੰ ਛੱਡ ਕੇ, ਤੇ ਉਹ ਸੀ ਯਹੂਦੀ ਕੌਂਸਲ ਦੇ ਪ੍ਰਧਾਨ। ਪਰ ਉਹ ਕੁਝ ਵੀ ਨਹੀਂ ਸਨ ਕਹਿ ਰਹੇ। ਉਹ ਕਹਿ ਵੀ ਨਹੀਂ ਸਨ ਸਕਦੇ। ਗੈਸਟੈਪੋ ਨੇ ਉਹਨੂੰ ਧਮਕੀ ਦਿੱਤੀ ਸੀ ਕਿ ਜੇ ਉਹਨੇ ਮੂੰਹ ਖੋਲ੍ਹਿਆ ਤਾਂ ਉਹਨੂੰ ਗੋਲੀ ਮਾਰ ਦਿੱਤੀ ਜਾਏਗੀ। ਚਾਰੇ ਪਾਸੇ ਅਫਵਾਹਾਂ ਫੈਲ ਰਹੀਆਂ ਨੇ। ਟੁੱਟੀ ਹੋਈ ਆਵਾਜ਼ 'ਚ ਮੇਰੇ ਪਿਤਾ ਜੀ ਨੇ ਇਹ ਗੱਲ ਆਖੀ ਸੀ। ਅਸੀਂ ਹੰਗਰੀ 'ਚ ਕਿਧਰੇ ਜਾ ਰਹੇ ਹਾਂ, ਜਿੱਥੇ ਇੱਟਾਂ ਬਣਾਉਣ ਵਾਲੇ ਕਾਰਖਾਨੇ ਲੱਗੇ ਹੋਏ ਨੇ। ਪ੍ਰਤੱਖ ਕਾਰਨ ਇਹ ਸੀ ਕਿ ਫਰੰਟ, ਜਿੱਥੇ ਫੌਜਾਂ ਲੜ ਰਹੀਆਂ ਸਨ, ਇੱਥੋਂ ਨੇੜੇ ਸੀ। ਫਿਰ ਇੱਕ ਪਲ ਚੁੱਪ ਰਹਿਣ ਪਿੱਛੋਂ ਉਹਨਾਂ ਨੇ ਕਿਹਾ ਸੀ, ਹਰ ਇੱਕ ਬੰਦੇ ਨੂੰ ਉਸ ਦੀਆਂ ਆਪਣੇ ਲਈ ਲੋੜੀਂਦੀਆਂ ਚੀਜ਼ਾਂ ਲਿਜਾਣ ਦਿੱਤੀਆਂ ਜਾਣਗੀਆਂ। ਹਰ ਇੱਕ ਦੀ ਪਿੱਠ 'ਤੇ ਇੱਕ ਬੈਗ, ਜਿਸ ਵਿੱਚ ਖਾਣਾ, ਕੁਝ ਕੱਪੜੇ ਹੀ ਹੋਣੇ ਚਾਹੀਦੇ ਨੇ, ਹੋਰ ਕੁਝ ਵੀ ਨਹੀਂ। ਇੱਕ ਵਾਰ ਫੇਰ ਭਾਰੀ ਚੁੱਪ ਛਾ ਗਈ। ਜਾਓ, ਜਾ ਕੇ ਆਪਣੇ ਆਂਢੀਆਂ ਗੁਆਂਢੀਆਂ ਨੂੰ ਜਗਾ ਦਿਓ, ਮੇਰੇ ਪਿਤਾ ਜੀ ਨੇ ਕਿਹਾ, ਤਾਂ ਕਿ ਉਹ ਆਪਣੀ ਤਿਆਰੀ ਕਰ ਲੈਣ। ਮੇਰੇ ਆਲੇ ਦੁਆਲੇ ਵਾਲੇ ਪਰਛਾਵੇਂ ਇੱਕ ਲੰਮੀ ਨੀਂਦ ਵਿੱਚੋਂ ਜਾਗ ਪਏ ਸਨ। ਉਹ ਸਾਰੇ ਭੱਜ ਗਏ, ਚੁੱਪਚਾਪ ਸਾਰੀਆਂ ਦਿਸ਼ਾਵਾਂ ਵਿੱਚ ਗਾਇਬ ਹੋ ਗਏ। ਇੱਕ ਪਲ ਲਈ ਅਸੀਂ ਸਾਰੇ ਘਰ 'ਚ ਇਕੱਲੇ ਸੀ ਤਾਂ ਅਚਾਨਕ ਬੇਟੀਆ ਰੀਅਚ, ਸਾਡਾ ਰਿਸ਼ਤੇਦਾਰ ਜਿਹੜਾ ਸਾਡੇ ਨਾਲ ਹੀ ਰਹਿੰਦਾ ਸੀ, ਕਮਰੇ ਅੰਦਰ ਆ ਗਿਆ। ਕੋਈ ਗਲੀ ਵੱਲ ਬੰਦ ਖਿੜਕੀ 'ਤੇ ਦਸਤਕ ਦੇ ਰਿਹਾ ਸੀ। ਸਾਨੂੰ ਜੰਗ ਦੇ ਖਤਮ ਹੋਣ ਤੱਕ ਪਤਾ ਨਾ ਲੱਗਾ ਕਿ ਉਹ ਕੌਣ ਸੀ। ਜਦੋਂ ਪਤਾ ਲੱਗਾ ਕਿ ਉਹ ਕੌਣ ਸੀ, ਉਹ ਹੰਗਰੀ ਦੀ ਪੁਲਿਸ 'ਚ ਇੱਕ ਇੰਸਪੈਕਟਰ ਸੀ
ਤੇ ਮੇਰੇ ਪਿਤਾ ਜੀ ਦਾ ਦੋਸਤ ਹੀ ਸੀ। ਜਦੋਂ ਅਸੀਂ ਬਸਤੀ 'ਚ ਗਏ ਸਾਂ ਤਾਂ ਉਹਨੇ ਸਾਨੂੰ ਕਿਹਾ ਸੀ, ਤੁਸੀਂ ਫਿਕਰ ਨਾ ਕਰੋ, ਜਦੋਂ ਵੀ ਤੁਹਾਡੇ ਤੇ ਕੋਈ ਖਤਰਾ ਆਏਗਾ ਤੇ ਮੈਂ ਤੁਹਾਨੂੰ ਸਤਰਕ ਕਰ ਦਿਆਂਗਾ। ਤੇ ਜੇ ਉਹਨੇ ਉਸ ਦਿਨ ਸਾਨੂੰ ਸ਼ਾਮ ਪੈਣ ਤੋਂ ਪਹਿਲਾਂ ਦੱਸ ਦਿੱਤਾ ਹੁੰਦਾ ਤਾਂ ਅਸੀਂ ਕਿਧਰੇ ਜਾ ਸਕਦੇ ਸਾਂ। ਜਦੋਂ ਤੱਕ ਅਸੀਂ ਖਿੜਕੀ ਖੋਲ੍ਹੀ ਬਹੁਤ ਦੇਰ ਹੋ ਚੁੱਕੀ ਸੀ। ਬਾਹਰ ਗਲੀ 'ਚ ਕੋਈ ਵੀ ਨਹੀਂ ਸੀ। ਬਸਤੀ ਜਾਗ ਪਈ ਸੀ। ਇੱਕ ਇੱਕ ਕਰਕੇ ਖਿੜਕੀਆਂ 'ਚੋਂ ਰੌਸ਼ਨੀ ਬਾਹਰ ਆ ਰਹੀ ਸੀ। ਮੈਂ ਮੇਰੇ ਪਿਤਾ ਜੀ ਦੇ ਇੱਕ ਦੋਸਤ ਦੇ ਘਰ ਗਿਆ। ਬਿਸਤਰੇ 'ਚ ਸੁੱਤੇ ਪਏ ਟੱਬਰ ਦੇ ਜੀਆਂ ਨੂੰ ਜਗਾਇਆ। ਇੱਕ ਚਿੱਟੀ ਦਾੜੀ ਵਾਲਾ ਬਜ਼ੁਰਗ ਜਿਹਦੀਆਂ ਅੱਖਾਂ ਸੁਪਨੇ ਭਰੀਆਂ ਸਨ, ਉਹ ਦੇਰ ਰਾਤ ਤੱਕ ਲੱਗਦਾ ਸੀ ਕਿ ਪੜ੍ਹਦਾ ਰਹਿੰਦਾ ਹੋਏਗਾ। ਉੱਠੋ ਸ਼੍ਰੀਮਾਨ ਜੀ, ਉੱਠੋ, ਤੁਸੀਂ ਅਗਲੇ ਸਫ਼ਰ ਦੀ ਤਿਆਰੀ ਕਰਨੀ ਹੈ। ਤੁਹਾਨੂੰ ਇੱਥੋਂ ਕੱਢ ਦਿੱਤਾ ਜਾਏਗਾ ਤੇ ਨਾਲ ਹੀ ਤੁਹਾਡੇ ਪਰਿਵਾਰ ਨੂੰ ਵੀ ਸਵੇਰੇ ਜਾਣਾ ਪਏਗਾ ਤੇ ਬਾਕੀ ਸਾਰੇ ਯਹੂਦੀਆਂ ਨੂੰ ਵੀ ਇੱਥੋਂ ਜਾਣਾ ਪਏਗਾ। ਕਿੱਧਰ ਨੂੰ? ਮੈਨੂੰ ਇਹ ਨਾ ਪੁੱਛੋ ਸ਼੍ਰੀਮਾਨ ਜੀ, ਮੈਨੂੰ ਕੋਈ ਸਵਾਲ ਨਾ ਪੁੱਛੋ, ਸਿਰਫ ਰੱਬ ਹੀ ਤੁਹਾਡੇ ਸਵਾਲਾਂ ਦਾ ਜਵਾਬ ਦੇ ਸਕਦਾ ਹੈ। ਹੁਣ ਰੱਬ ਦਾ ਵਾਸਤਾ ਹੀ ਉੱਠੋ। ਮੈਂ ਜੋ ਵੀ ਕਿਹਾ ਸੀ ਉਹਨੂੰ ਇੱਕ ਸ਼ਬਦ ਦੀ ਵੀ ਸਮਝ ਨਹੀਂ ਸੀ ਆਈ। ਉਹ ਸ਼ਾਇਦ ਸੋਚ ਰਿਹਾ ਸੀ ਮੇਰਾ ਦਿਮਾਗ ਖਰਾਬ ਹੋ ਗਿਆ ਸੀ। ਇਹ ਕੀ ਗੱਲ ਬਣੀ? ਅਗਲੇ ਸਫ਼ਰ ਲਈ ਤਿਆਰ ਹੋ ਜਾਓ। ਕਿਹੜਾ ਸਫ਼ਰ? ਕਿਉਂ, ਹੋ ਕੀ ਰਿਹਾ? ਤੂੰ ਪਾਗਲ ਤਾਂ ਨਹੀਂ ਹੋ ਗਿਆ? ਅੱਧ ਸੁੱਤਾ ਹੋਇਆ ਉਹ ਅਜੇ ਵੀ ਮੇਰੇ ਵੱਲ ਡਰੀਆਂ ਹੋਈਆਂ ਅੱਖਾਂ ਨਾਲ ਦੇਖ ਰਿਹਾ ਸੀ, ਜਿਵੇਂ ਉਹ ਚਾਹੁੰਦਾ ਹੋਵੇ ਕਿ ਮੈਂ ਇੱਕਦਮ ਠਹਾਕੇ ਮਾਰ ਕੇ ਹੱਸ ਪਵਾਂਗਾ ਤੇ ਅਖੀਰ ਇਹੋ ਕਹਾਂਗਾ, ਮੁੜ ਕੇ ਮੰਜੇ ਤੇ ਪੈ ਜਾਓ ਤੇ ਗੂੜੀ ਨੀਂਦ ਸੌਂ ਜਾਓ ਤੇ ਮਿੱਠੇ ਸੁਪਨੇ ਲਓ। ਕੁਝ ਵੀ ਤਾਂ ਨਹੀਂ ਹੋਇਆ, ਇਹ ਤਾਂ ਸਿਰਫ ਇੱਕ ਮਜ਼ਾਕ ਸੀ। ਮੇਰਾ ਸੰਗ ਸੁੱਕ ਗਿਆ ਸੀ, ਸ਼ਬਦ ਸੰਗ ਚੜ ਗਏ ਸਨ ਤੇ ਮੇਰੇ ਬੁੱਲ੍ਹਾਂ ਨੂੰ ਸਖਤਾ ਮਾਰ ਗਿਆ ਸੀ। ਤਾਂ ਉਹਨੂੰ ਸਮਝ ਆਈ। ਉਹ ਆਪਣੇ ਮੰਜੇ ਤੋਂ ਉੱਠਿਆ ਤੇ ਆਪਣੇ ਆਪ ਉਹਦੇ ਹੱਥ ਹਰਕਤ 'ਚ ਆ ਗਏ ਤੇ ਉਹਨੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ। ਫਿਰ ਉਹ ਉਸ ਮੰਜੇ ਕੋਲ ਗਿਆ ਜਿੱਥੇ ਉਹਦੀ ਪਤਨੀ ਸੁੱਤੀ ਪਈ ਸੀ। ਉਹਨੇ ਬੜੇ ਸੂਖਮ ਤਰੀਕੇ ਨਾਲ ਉਹਦੇ ਇੱਕ ਭਰਵੱਟੇ ਨੂੰ ਛੂਹਿਆ। ਮੈਨੂੰ ਲੱਗਿਆ ਕਿ ਉਹਦੇ ਬੁੱਲ੍ਹ ਇੱਕ ਸੂਖਮ ਜਿਹੀ ਮੁਸਕਾਨ ਨਾਲ ਖੁੱਲ੍ਹੇ ਸਨ। ਫਿਰ ਉਹ ਆਪਣੇ ਬੱਚਿਆਂ ਦੇ ਮੰਜਿਆਂ ਵੱਲ ਲੌ ਲਿਆ ਤੇ ਛੇਤੀ ਛੇਤੀ ਉਹਨਾਂ ਨੂੰ ਜਗਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਦੇ ਸੁਪਨਿਆਂ ਵਿੱਚੋਂ ਉਹਨਾਂ ਨੂੰ ਬਾਹਰ ਕੱਢ ਦਿੱਤਾ ਸੀ। ਮੈਂ ਉੱਥੋਂ ਭੱਜ ਆਇਆ। ਸਮਾਂ ਬੜੀ ਤੇਜ਼ੀ ਨਾਲ ਗੁਜ਼ਰ ਰਿਹਾ ਸੀ। ਸਵੇਰ ਦੇ 4 ਵੱਜ ਚੁੱਕੇ ਸਨ। ਮੇਰੇ ਪਿਤਾ ਜੀ ਥੱਕ ਟੁੱਟ ਕੇ ਇੱਧਰ ਉੱਧਰ ਭੱਜੇ ਫਿਰਦੇ ਸਨ, ਆਪਣੇ ਦੋਸਤਾਂ ਨੂੰ ਤਸੱਲੀ ਦੇ ਰਹੇ ਸਨ। ਕਦੇ ਉਹ ਯਹੂਦੀ ਕੌਂਸਲ ਵੱਲ ਜਾਂਦੇ। ਹੋ ਸਕਦਾ ਜਿਹੜਾ ਹੁਕਮ ਹੋਇਆ ਸੀ ਉਹਨੂੰ ਸ਼ਾਇਦ ਖਾਰਜ ਕੀਤਾ ਜਾ ਸਕਦਾ ਸੀ। ਅਖੀਰਲੇ ਪਲਾਂ 'ਚ ਕੁਝ ਉਮੀਦ ਦੀ ਕਿਰਨ ਅਜੇ ਵੀ ਸਾਡੇ ਦਿਲਾਂ 'ਚ ਮੌਜੂਦ ਸੀ। ਘਰਾਂ ਦੀਆਂ ਔਰਤਾਂ ਆਂਡੇ ਬਣਾ ਰਹੀਆਂ ਸਨ, ਮਾਸ ਪਕਾ ਰਹੀਆਂ ਸਨ, ਕੇਕ ਬਣਾ ਰਹੀਆਂ ਸਨ ਤੇ ਉਹਨਾਂ ਨੂੰ ਨਾਲ ਲਿਜਾਣ ਵਾਸਤੇ ਪਿੱਠ 'ਤੇ ਲਿਜਾਣ ਵਾਲੇ ਥੈਲੇ ਬਣਾ ਰਹੀਆਂ ਸਨ। ਬੱਚੇ ਸਿਰ ਸੁੱਟ ਕੇ ਇੱਧਰ ਉੱਧਰ ਤੁਰੇ ਫਿਰਦੇ ਸਨ। ਉਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਕੀ ਕਰਨ, ਕਿੱਧਰ ਜਾਣ। ਉਹ ਵੱਡਿਆਂ ਦੇ ਰਾਹ 'ਚ ਵੀ ਨਹੀਂ ਸੀ ਆਉਣਾ ਚਾਹੁੰਦੇ। ਸਾਡਾ ਪਿਛਲਾ ਵਿਹੜਾ ਮੁੜ ਇੱਕ ਮੱਛੀ ਮਾਰਕੀਟ ਬਣਿਆ ਹੋਇਆ ਸੀ। ਘਰ ਦੀਆਂ ਕੀਮਤੀ ਚੀਜ਼ਾਂ, ਚਾਂਦੀ ਦੇ ਮੋਮਬੱਤੀਆਂ ਰੱਖਣ ਵਾਲੇ ਸਟੈਂਡ, ਧਾਰਮਿਕ ਪੁਸਤਕਾਂ, ਬਾਈਬਲ ਤੇ ਦੂਜੀਆਂ ਧਾਰਮਿਕ ਚੀਜ਼ਾਂ ਵਿਹੜੇ 'ਚ ਧਰਤੀ 'ਤੇ ਖਿਲਰੀਆਂ ਪਈਆਂ ਸਨ ਤੇ ਉੱਤੇ ਨੀਲਾ ਅਸਮਾਨ ਸੀ। ਇਹੋ ਜਿਹੀਆਂ ਚੀਜ਼ਾਂ, ਵਸਤਾਂ ਜਿਵੇਂ ਉਹਨਾਂ ਦਾ ਕਿਸੇ ਨਾਲ ਕੋਈ ਰਿਸ਼ਤਾ ਹੀ ਨਹੀਂ ਸੀ ਰਿਹਾ। ਸਵੇਰੇ 8 ਵਜੇ ਤੱਕ ਜਿਵੇਂ ਪਿਘਲਿਆ ਹੋਇਆ ਸੀਸਾ ਸਾਡੀਆਂ ਰਗਾਂ ਤੇ ਦਿਮਾਗ 'ਚ ਜੰਮਣਾ ਸ਼ੁਰੂ ਹੋ ਗਿਆ ਸੀ। ਮੈਂ ਆਪਣੀ ਅਰਦਾਸ ਦੇ ਅੱਧ ਵਿਚਕਾਰ ਹੀ ਸੀ ਕਿ ਗਲੀ 'ਚ ਰੌਲਾ ਪੈਂਦਾ ਸੁਣਿਆ। ਮੈਂ ਆਪਣੇ ਆਪ ਨੂੰ ਝੰਜੋੜਿਆ ਤੇ ਖਿੜਕੀ ਕੋਲ ਪਹੁੰਚ ਗਿਆ। ਹੰਗਰੀ ਦੀ ਪੁਲਿਸ ਦੀਆਂ ਆਵਾਜ਼ਾਂ ਨਾਲ ਦੀ ਗਲੀ 'ਚੋਂ ਆ ਰਹੀਆਂ ਸਨ। ਸਾਰੇ ਯਹੂਦੀ ਬਾਹਰ ਨਿਕਲੋ, ਜਲਦੀ। ਕੁਝ ਯਹੂਦੀ ਪੁਲਿਸ ਵਾਲੇ ਘਰਾਂ 'ਚ ਜਾ ਕੇ ਟੁੱਟੀ ਹੋਈ ਆਵਾਜ਼ 'ਚ ਬੋਲ ਰਹੇ ਸਨ, ਹੁਣ ਸਮਾਂ ਹੋ ਚੁੱਕਾ ਹੈ, ਤੁਹਾਨੂੰ ਸਾਰਾ ਕੁਝ ਹੁਣ ਇੱਥੇ ਹੀ ਛੱਡਣਾ ਪਏਗਾ। ਹੰਗਰੀ ਦੀ ਪੁਲਿਸ ਲੋਕਾਂ ਨੂੰ ਡੰਡਿਆਂ ਤੇ ਰਫਲਾਂ ਦੇ ਬੱਟਾਂ ਨਾਲ ਕੁੱਟ ਮਾਰ ਰਹੀ ਸੀ। ਬੇਰਹਿਮੀ ਨਾਲ ਉਹਨਾਂ ਦੀ ਮਾਰ ਬਿਨਾਂ ਕਿਸੇ ਕਾਰਨ ਦੇ ਬੁੱਢਿਆਂ, ਔਰਤਾਂ, ਬੱਚਿਆਂ ਤੇ ਅਪਾਹਜਾਂ ਤੇ ਪੈ ਰਹੀ ਸੀ। ਇੱਕ ਇੱਕ ਕਰਕੇ ਘਰ ਖਾਲੀ ਹੋ ਰਹੇ ਸਨ ਤੇ ਗਲੀਆਂ 'ਚ ਲੋਕ ਤੇ ਗੱਠੜੀਆਂ ਇਕੱਠੇ ਹੋ ਰਹੇ ਸਨ। ਸਾਰੇ ਬਾਹਰ ਕੱਢੇ ਜਾਣ ਵਾਲੇ ਲੋਕ ਬਾਹਰ ਆ ਚੁੱਕੇ ਸਨ। 10 ਵੱਜ ਰਹੇ ਸਨ। ਪੁਲਿਸ ਵਾਲਿਆਂ ਨੇ ਉਹਨਾਂ ਦੀ ਹਾਜ਼ਰੀ ਲਾਉਣੀ ਸ਼ੁਰੂ ਕੀਤੀ। 1 ਵਾਰੀ, 2 ਵਾਰੀ, 20 ਵਾਰੀ। ਗਰਮੀ ਬਹੁਤ ਸੀ। ਲੋਕਾਂ ਦੇ ਸਰੀਰਾਂ ਤੋਂ ਤੇ ਚਿਹਰਿਆਂ ਤੋਂ ਪਸੀਨਾ ਚੋ ਰਿਹਾ ਸੀ। ਬੱਚੇ ਪਾਣੀ ਪੀਣ ਲਈ ਰੋ ਰਹੇ ਸਨ। ਪਾਣੀ? ਬਹੁਤ ਪਾਣੀ ਮੌਜੂਦ ਸੀ ਨੇੜੇ, ਘਰਾਂ ਵਿੱਚ, ਵਿਹੜਿਆਂ 'ਚ, ਪਰ ਕਿਸੇ ਨੂੰ ਵੀ ਲਾਈਨ ਤੋੜਨ ਦੀ ਆਗਿਆ ਨਹੀਂ ਸੀ। ਪਾਣੀ ਮੰਮੀ, ਪਾਣੀ। ਯਹੂਦੀ ਪੁਲਿਸ ਵਾਲਿਆਂ ਨੇ ਲੁਕ ਲੁਕਾ ਕੇ ਕੁਝ ਜੱਗ ਪਾਣੀ ਦੇ ਭਰ ਲਿਆਂਦੇ ਸਨ। ਕਿਉਂਕਿ ਮੈਂ ਤੇ ਮੇਰੀਆਂ ਭੈਣਾਂ ਅਖੀਰਲੇ ਗਰੁੱਪ 'ਚ ਸਾਂ,
ਇਸ ਲਈ ਸਾਨੂੰ ਇੱਧਰ ਉੱਧਰ ਤੁਰੇ ਫਿਰਨ ਦੀ ਅਜੇ ਖੁੱਲ੍ਹ ਸੀ। ਅਖੀਰ 1 ਵਜੇ ਦੁਪਹਿਰ ਪਿੱਛੋਂ ਜਾ ਕੇ ਕੂਚ ਕਰਨ ਦੇ ਹੁਕਮ ਹੋਏ। ਲੋਕਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ। ਹਾਂ, ਲੋਕ ਖੁਸ਼ ਸਨ। ਸ਼ਾਇਦ ਉਹ ਸੋਚ ਰਹੇ ਸਨ ਕਿ ਰੱਬ ਨੇ ਕਿਧਰੇ ਨਰਕਾਂ 'ਚ ਸ਼ਾਇਦ ਇਸ ਤੋਂ ਭੈੜੀ ਸਜ਼ਾ ਸੋਚ ਰੱਖੀ ਹੋਏਗੀ। ਉਸ ਤੋਂ ਤਾਂ ਚੰਗਾ ਹੈ ਕਿ ਅਸੀਂ ਇੱਥੇ ਸੜਕ 'ਤੇ ਆਪਣੇ ਸਮਾਨ ਦੀਆਂ ਗੱਠੜੀਆਂ 'ਚ ਬੈਠੇ ਰਹੀਏ। ਇਸ ਤੋਂ ਤਾਂ ਹਰ ਗੱਲ ਚੰਗੀ ਹੋਏਗੀ। ਉਹਨਾਂ ਨੇ ਆਪਣਾ ਸਫ਼ਰ ਬਿਨਾਂ ਪਿੱਛੇ ਮੁੜ ਕੇ ਦੇਖਣ ਦੇ ਸ਼ੁਰੂ ਕੀਤਾ। ਸੁੰਨੀਆਂ ਗਲੀਆਂ, ਮਰੇ ਹੋਏ ਖਾਲੀ ਘਰ, ਬਾਗ ਤੇ ਕਬਰਾਂ। ਹਰ ਇੱਕ ਦੀ ਪਿੱਠ 'ਤੇ ਇੱਕ ਬੈਗ ਸੀ। ਹਰ ਇੱਕ ਦੀਆਂ ਅੱਖਾਂ 'ਚ ਬੇਅੰਤ ਦੁੱਖ ਸੀ ਤੇ ਹੰਝੂ ਭਰੀਆਂ ਸਨ। ਹੌਲੀ ਹੌਲੀ ਤੇ ਭਾਰੀ ਮਨ ਨਾਲ ਉਹਨਾਂ ਲੋਕਾਂ ਦਾ ਜਲੂਸ ਬਸਤੀ ਦੇ ਵੱਡੇ ਬੂਹੇ ਵੱਲ ਵੱਧ ਰਿਹਾ ਸੀ ਤੇ ਮੈਂ ਸੜਕ ਦੇ ਕਿਨਾਰੇ ਪੈਦਲ ਚੱਲਣ ਲਈ ਬਣੀ ਪੱਟੀ 'ਤੇ ਖੜਾ ਸਾਂ। ਅਹਿਲ ਸਾਂ। ਉਸ ਵੇਲੇ ਰੱਬੀ ਯਹੂਦੀਆਂ ਦਾ ਧਾਰਮਿਕ ਆਗੂ ਪਹੁੰਚ ਗਿਆ। ਕਮਰ ਝੁਕੀ ਹੋਈ, ਰੱਬੀ ਦਾੜੀ ਰੱਖਦੇ ਨੇ, ਬਿਲਕੁਲ ਸਾਫ਼ ਕੀਤੀ ਹੋਈ, ਪਿੱਠ 'ਤੇ ਆਪਣਾ ਬੈਗ ਚੁੱਕੀ ਉਹ ਹੌਲੀ ਹੌਲੀ ਤੁਰਿਆ ਜਾਂਦਾ ਸੀ। ਉਹਦੀ ਆਮਦ ਬਸਤੀ ਵਿੱਚੋਂ ਕੱਢੇ ਜਾ ਰਹੇ ਲੋਕਾਂ ਵਿੱਚ ਉਸ ਦੁਖਦਾਈ ਦ੍ਰਿਸ਼ ਨੂੰ ਕਾਲਪਨਿਕ ਸਾਬਤ ਕਰ ਰਹੀ ਸੀ, ਜਿਵੇਂ ਕਿਸੇ ਕਹਾਣੀ ਦੀ ਕਿਤਾਬ ਵਿੱਚੋਂ ਕਿਸੇ ਇੱਕ ਪੰਨਾ ਪਾੜ ਲਿਆ ਹੋਵੇ। ਇੱਕ ਇੱਕ ਕਰਕੇ ਮੇਰੇ ਅੱਗੋਂ ਦੀ ਲੋਕ ਲੰਘ ਰਹੇ ਸਨ। ਅਧਿਆਪਕ, ਦੋਸਤ ਤੇ ਹੋਰ ਕਈ, ਤੇ ਉਹ ਵੀ ਜਿਨ੍ਹਾਂ ਤੋਂ ਮੈਨੂੰ ਡਰ ਲੱਗਦਾ ਸੀ, ਤੇ ਉਹ ਸਾਰੇ ਜਿਨ੍ਹਾਂ ਤੇ ਮੈਂ ਹੱਸ ਸਕਦਾ ਸੀ, ਤੇ ਉਹ ਸਾਰੇ ਜਿਨ੍ਹਾਂ ਨਾਲ ਮੈਂ ਕਈ ਸਾਲ ਤੱਕ ਰਹਿੰਦਾ ਰਿਹਾ ਸਾਂ। ਉਹ ਲੰਘ ਰਹੇ ਸਨ, ਡਿੱਗਦੇ ਢਹਿੰਦੇ, ਆਪੋ ਆਪਣੀਆਂ ਗੱਠੜੀਆਂ ਪੜੀਸਦੇ ਹੋਏ, ਆਪੋ ਆਪਣੇ ਜੀਵਨ ਘੜੀਸਦੇ ਹੋਏ, ਆਪਣੇ ਘਰਾਂ ਨੂੰ ਛੱਡ ਕੇ। ਉਹਨਾਂ ਦੇ ਬਚਪਨ ਵਾਲੇ ਕਈ ਸਾਲ ਨੀਵੀਂ ਪਾਈ ਜਿਵੇਂ ਕਿਸੇ ਕੁੱਤੇ ਨੇ ਬਹੁਤ ਕੁੱਟ ਖਾਧੀ ਹੋਵੇ। ਉਹ ਲੰਘ ਰਹੇ ਸਨ ਮੇਰੇ ਵੱਲ ਇੱਕ ਵਾਰੀ ਵੀ ਬਿਨਾਂ ਦੇਖਿਆ। ਉਹ ਜ਼ਰੂਰ ਮੈਨੂੰ ਨਫ਼ਰਤ ਕਰਦੇ ਹੋਣਗੇ। ਲੋਕਾਂ ਦਾ ਜਲੂਸ ਹੁਣ ਮੁੜ ਗਿਆ ਸੀ। ਗਲੀ ਵਾਲਾ ਕੁਝ ਕਦਮ ਹੋਰ ਅੱਗੇ ਉਹਨਾਂ ਨੇ ਬਸਤੀ ਦੀਆਂ ਕੰਧਾਂ ਤੋਂ ਦੂਰ ਚਲੇ ਜਾਣਾ ਸੀ। ਉਹ ਗਲੀ ਕਿਸੇ ਮਾਰਕੀਟ ਵਾਂਗ ਲੱਗਦੀ ਸੀ, ਜਿਹਨੂੰ ਅਚਾਨਕ ਖਾਲੀ ਕਰ ਦਿੱਤਾ ਗਿਆ ਸੀ। ਉੱਥੇ ਹਰ ਚੀਜ਼ ਮੌਜੂਦ ਸੀ। ਸੂਟਕੇਸ, ਛੋਟੇ ਬੈਗ, ਚਾਕੂ, ਪਲੇਟਾਂ, ਬੈਂਕਾਂ ਦੇ ਕਾਗਜ਼, ਹੋਰ ਕਾਗਜ਼, ਪੁਰਾਣੀਆਂ ਤਸਵੀਰਾਂ। ਉਹ ਹਰ ਚੀਜ਼ ਜਿਹੜੀ ਲੋਕ ਆਪਣੇ ਨਾਲ ਲਿਜਾਣਾ ਚਾਹੁੰਦੇ ਸਨ ਤੇ ਅਖੀਰ ਉਹਨਾਂ ਨੇ ਉਹਨੂੰ ਪਿੱਛੇ ਛੱਡ ਦਿੱਤਾ ਸੀ, ਹੁਣ ਉਹਨਾਂ ਦੀ ਕੋਈ ਕੀਮਤ ਨਹੀਂ ਸੀ ਰਹੀ। ਅਸੀਂ ਸਾਰਾ ਦਿਨ ਕੁਝ ਨਹੀਂ ਸੀ ਖਾਧਾ, ਫਿਰ ਵੀ ਸਾਨੂੰ ਬਹੁਤ ਭੁੱਖ ਨਹੀਂ ਸੀ ਲੱਗੀ ਹੋਈ। ਸਾਡਾ ਸਾਹ ਸੱਤ ਸੁੱਕ ਗਿਆ ਸੀ। ਮੇਰੇ ਪਿਤਾ ਜੀ ਕੱਢੇ ਜਾ ਰਹੇ ਲੋਕਾਂ ਨਾਲ ਬਸਤੀ ਦੇ ਬੂਹੇ ਤੱਕ ਗਏ ਸਨ। ਪਹਿਲਾਂ ਉਹਨਾਂ ਨੇ ਵੱਡੇ ਸਾਇਨਾਗੋਗ ਤੱਕ ਜਾਣਾ ਸੀ, ਜਿੱਥੇ ਉਹਨਾਂ ਦੀ ਬਰੀਕੀ ਨਾਲ ਤਲਾਸ਼ੀ ਹੋਣੀ ਸੀ ਕਿ ਉਹ ਆਪਣੇ ਨਾਲ ਕੋਈ ਕੀਮਤੀ ਚੀਜ਼ ਤਾਂ ਨਹੀਂ ਸਨ ਲਿਜਾ ਰਹੇ, ਸੋਨਾ, ਚਾਂਦੀ ਜਾਂ ਕੋਈ ਹੋਰ ਕੀਮਤੀ ਵਸਤੂ। ਲੋਕਾਂ 'ਚ ਚੀਕ ਚਿਹਾੜਾ ਮਚ ਗਿਆ ਸੀ ਤੇ ਸ਼ਰੇਆਮ ਡੰਡੇ ਵਰ ਰਹੇ ਸਨ। ਸਾਡੀ ਵਾਰੀ ਕਦੋਂ ਆਏਗੀ? ਮੈਂ ਆਪਣੇ ਪਿਤਾ ਜੀ ਨੂੰ ਪੁੱਛਿਆ। ਪਰਸੋਂ ਆਏਗੀ, ਅਖੀਰ ਵਿੱਚ। ਆਖਰ ਜੇ ਕੋਈ ਫੇਰ ਬਦਲ ਨਾ ਹੋਇਆ ਤਾਂ ਕੋਈ ਚਮਤਕਾਰ ਸ਼ਾਇਦ। ਲੋਕਾਂ ਨੂੰ ਕਿੱਥੇ ਲਿਜਾਇਆ ਜਾ ਰਿਹਾ ਸੀ ਅਜੇ ਤੱਕ ਕਿਸੇ ਨੂੰ ਪਤਾ ਨਹੀਂ ਸੀ। ਕੋਈ ਵੀ ਗੱਲ ਗੁਪਤ ਨਹੀਂ ਸੀ ਰਹਿ ਸਕਦੀ। ਰਾਤ ਪੈ ਗਈ। ਉਸ ਦਿਨ ਅਸੀਂ ਛੇਤੀ ਸੌਂ ਗਏ ਸਾਂ। ਮੇਰੇ ਪਿਤਾ ਜੀ ਨੇ ਕਿਹਾ ਸੀ, ਬੱਚਿਓ ਆਰਾਮ ਨਾਲ ਸੌਂ ਜਾਓ। ਪਰਸੋਂ ਤੱਕ, ਮੰਗਲਵਾਰ ਨੂੰ। ਸੋਮਵਾਰ ਕਿਸੇ ਛੋਟੀ ਜਿਹੀ ਬਦਲੀ ਵਾਂਗ ਗੁਜ਼ਰ ਗਿਆ ਸੀ। ਸਵੇਰ ਦਾ ਸਮਾਂ ਵੀ ਕਿਸੇ ਸੁਪਨੇ ਵਾਂਗ ਗੁਜ਼ਰ ਗਿਆ। ਅਸੀਂ ਆਪੋ ਆਪਣੇ ਬੈਗ ਤਿਆਰ ਕਰਨ ਲੱਗ ਪਏ ਸਾਂ। ਘਰ 'ਚ ਡਬਲ ਰੋਟੀਆਂ ਦੇ ਕੇਕ ਬਣ ਰਹੇ ਸਨ। ਸਾਨੂੰ ਹੋਰ ਕੁਝ ਸੁੱਝ ਨਹੀਂ ਸੀ ਰਿਹਾ। ਹੁਕਮ ਦਿੱਤੇ ਜਾ ਚੁੱਕੇ ਸਨ। ਉਸ ਦਿਨ ਸ਼ਾਮ ਨੂੰ ਸਾਡੀ ਮਾਂ ਨੇ ਸਾਨੂੰ ਜਲਦੀ ਸੌਣ ਲਈ ਕਹਿ ਦਿੱਤਾ ਸੀ ਤਾਂ ਕਿ ਸਾਡੀ ਤਾਕਤ ਬਚੀ ਰਹੇ। ਉਹਨੇ ਕਿਹਾ ਸੀ ਕਿ ਇਹ ਸਾਡੀ ਆਖਰੀ ਰਾਤ ਸੀ ਸਾਡੇ ਘਰ ਵਿੱਚ। ਮੈਂ ਸਵੇਰੇ ਛੇਤੀ ਉੱਠ ਗਿਆ ਸਾਂ। ਮੈਂ ਇਸ ਤੋਂ ਪਹਿਲਾਂ ਕਿ ਸਾਨੂੰ ਉੱਥੋਂ ਬਾਹਰ ਕੱਢਿਆ ਜਾਏ, ਮੈਂ ਅਰਦਾਸ ਕਰਨੀ ਚਾਹੁੰਦਾ ਸਾਂ। ਮੇਰੇ ਪਿਤਾ ਜੀ ਉਸ ਤੋਂ ਪਹਿਲਾਂ ਉੱਠ ਗਏ ਤਾਂ ਕਿ ਉਹ ਕੋਈ ਸੂਚਨਾ ਪ੍ਰਾਪਤ ਕਰ ਸਕਣ। ਉਹ ਕੋਈ 8 ਵਜੇ ਤੱਕ ਮੁੜ ਆਏ ਸਨ। ਚੰਗੀ ਖਬਰ, ਅੱਜ ਅਸੀਂ ਉਸ ਸ਼ਹਿਰ ਵਿੱਚੋਂ ਅਜੇ ਨਹੀਂ ਸੀ ਜਾਣਾ। ਅਸੀਂ ਤਾਂ ਅਜੇ ਇੱਕ ਹੋਰ ਕਿਸੇ ਛੋਟੀ ਬਸਤੀ 'ਚ ਚਲੇ ਜਾਣਾ ਸੀ, ਜਿੱਥੇ ਸਾਨੂੰ ਅਗਲੀ ਗੱਡੀ ਆਉਣ ਤੱਕ ਉਡੀਕਣਾ ਪੈਣਾ ਸੀ। ਅਸੀਂ ਜਾਣ ਵਾਲੇ ਆਖਰੀ ਲੋਕ ਸਾਂ। ਅਗਲੇ ਦਿਨ ਸਵੇਰੇ 9 ਵਜੇ ਐਤਵਾਰ ਵਾਲਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਪੁਲਿਸ ਵਾਲੇ ਡੰਡੇ ਲੈ ਕੇ ਉੱਚੀ ਉੱਚੀ ਬੋਲ ਰਹੇ ਸਨ, ਸਾਰੇ ਯਹੂਦੀ ਬਾਹਰ ਆ ਜਾਣ। ਅਸੀਂ ਤਿਆਰ ਸਾਂ। ਮੈਂ ਸਭ ਤੋਂ ਪਹਿਲਾਂ ਬਾਹਰ ਆ ਗਿਆ ਸੀ। ਅਸਲ 'ਚ ਮੈਂ ਆਪਣੇ ਮਾਪਿਓ ਦੇ ਚਿਹਰੇ ਨਹੀਂ ਸੀ ਵੇਖਣਾ ਚਾਹੁੰਦਾ। ਅਸੀਂ ਸੜਕ ਦੇ ਵਿਚਕਾਰ ਬੈਠੇ ਸਾਂ, ਜਿਵੇਂ ਲੋਕ ਪਰਸੋਂ ਬੈਠੇ ਹੋਏ ਸਨ।
ਅੱਜ ਵੀ ਸਹੀ ਨਾ ਜਾਣ ਵਾਲੀ ਧੁੱਪ ਸੀ, ਉਹ ਪਿਆਸ, ਪਰ ਅੱਜ ਸਾਡੇ ਲਈ ਪਾਣੀ ਲਿਆਉਣ ਵਾਲਾ ਕੋਈ ਨਹੀਂ ਸੀ। ਮੈਂ ਆਪਣੇ ਘਰ ਵੱਲ ਦੇਖਿਆ, ਜਿੱਥੇ ਮੈਂ ਰੱਬ ਦੀ ਭਾਲ 'ਚ ਕਈ ਸਾਲ ਬਿਤਾਏ ਸਨ, ਵਰਤ ਰੱਖੇ ਸਨ ਤਾਂ ਕਿ ਕੋਈ ਪੈਗੰਬਰ ਆ ਜਾਏ, ਸੁਪਨੇ ਲਏ ਸਨ ਕਿ ਮੇਰਾ ਜੀਵਨ ਇਹੋ ਜਿਹਾ ਹੋਵੇ। ਮੈਨੂੰ ਉਦਾਸੀ ਨੇ ਆ ਕੇ ਘੇਰ ਲਿਆ ਸੀ। ਮੈਂ ਕੁਝ ਵੀ ਨਹੀਂ ਸੀ ਸੋਚ ਰਿਹਾ। ਖੜੇ ਹੋ ਜਾਓ, ਗਿਣਤੀ। ਖੜਿਆਂ ਦੀ ਗਿਣਤੀ ਹੋਈ, ਬੈਠਿਆਂ ਦੀ ਗਿਣਤੀ ਹੋਈ, ਦੁਬਾਰਾ ਫੇਰ ਖੜੇ ਹੋਣਾ ਪਿਆ ਸੀ। ਇੱਕ ਵਾਰੀ ਫੇਰ ਧਰਤੀ 'ਤੇ ਬੈਠ ਜਾਓ, ਕੋਈ ਅੰਤ ਨਹੀਂ। ਅਸੀਂ ਉਡੀਕ ਰਹੇ ਸਾਂ, ਪਰ ਸਾਨੂੰ ਕੋਈ ਲੈਣ ਨਹੀਂ ਸੀ ਆ ਰਿਹਾ। ਉਹਨਾਂ ਨੂੰ ਕਿਸ ਗੱਲ ਦੀ ਉਡੀਕ ਸੀ? ਅਖੀਰ ਹੁਕਮ ਆ ਗਿਆ, ਅੱਗੇ ਮਾਰਚ ਕਰੋ। ਮੇਰੇ ਪਿਤਾ ਜੀ ਰੋ ਰਹੇ ਸਨ। ਇਹ ਪਹਿਲੀ ਵਾਰ ਸੀ ਜਦੋਂ ਮੈਂ ਉਹਨਾਂ ਨੂੰ ਰੋਂਦੇ ਹੋਏ ਵੇਖ ਰਿਹਾ ਸਾਂ। ਮੈਨੂੰ ਕਦੇ ਖਿਆਲ ਵੀ ਨਹੀਂ ਸੀ ਆਇਆ ਕਿ ਉਹ ਰੋਂਦੇ ਵੀ ਹੋਣਗੇ। ਜਿੱਥੋਂ ਤੱਕ ਮੇਰੀ ਮਾਂ ਦਾ ਸਵਾਲ ਸੀ, ਉਹਦੇ ਚਿਹਰੇ 'ਤੇ ਇੱਕੋ ਕਿਸਮ ਦਾ ਭਾਵ ਛਾਇਆ ਹੋਇਆ ਸੀ। ਬਿਨਾਂ ਇੱਕ ਵੀ ਸ਼ਬਦ ਬੋਲਿਆਂ ਉਹ ਕਿਸੇ ਡੂੰਘੀ ਸੋਚ ਵਿੱਚ ਡੁੱਬੀ ਹੋਈ ਸੀ। ਮੈਂ ਆਪਣੀ ਛੋਟੀ ਭੈਣ ਸ਼ਿਪੋਰਾ ਵੱਲ ਦੇਖਿਆ। ਉਹਦੇ ਕੱਕੇ ਵਾਲਾਂ ਨੂੰ ਬੜੀ ਚੰਗੀ ਤਰ੍ਹਾਂ ਕੰਘੀ ਕੀਤੀ ਸੀ ਤੇ ਲਾਲ ਰੰਗ ਦਾ ਕੋਟ ਉਹਦੀ ਬਾਂਹ 'ਤੇ ਸੀ। ਉਹ 7 ਸਾਲ ਦੀ ਇੱਕ ਛੋਟੀ ਜਿਹੀ ਕੁੜੀ ਸੀ। ਉਹਦੀ ਪਿੱਠ 'ਤੇ ਜਿਹੜਾ ਬੈਗ ਸੀ ਉਸ ਲਈ ਬਹੁਤ ਭਾਰਾ ਸੀ। ਉਹਨੇ ਆਪਣੇ ਦੰਦ ਮੀਚ ਰੱਖੇ ਸਨ। ਹੁਣ ਤੱਕ ਉਹਨੂੰ ਇਹ ਅਹਿਸਾਸ ਹੋ ਚੁੱਕਾ ਸੀ ਕਿ ਕੋਈ ਸ਼ਿਕਾਇਤ ਕਰਨ ਦਾ ਫਾਇਦਾ ਨਹੀਂ ਸੀ ਹੋਣਾ। ਪੁਲਿਸ ਵਾਲੇ ਆਪਣੇ ਡੰਡੇ ਚਲਾ ਰਹੇ ਸਨ। ਤੇਜ਼ ਤੁਰੋ। ਮੇਰੇ 'ਚ ਹੁਣ ਤਾਕਤ ਨਹੀਂ ਸੀ ਰਹੀ। ਸਫ਼ਰ ਤਾਂ ਅਜੇ ਹੁਣੇ ਸ਼ੁਰੂ ਹੋਇਆ ਸੀ ਤੇ ਇੰਨਾ ਕਮਜ਼ੋਰ ਸਾਂ। ਹੋਰ ਤੇਜ਼, ਹੋਰ ਤੇਜ਼। ਓਏ ਸੁਸਤੋ, ਸੂਰ ਦੇ ਪੁੱਤਰੋ, ਹੰਗਰੀ ਦੀ ਪੁਲਿਸ ਇਹ ਕਹਿ ਰਹੀ ਸੀ। ਉਸੇ ਪਲ ਤੋਂ ਮੈਂ ਉਹਨਾਂ ਨੂੰ ਨਫ਼ਰਤ ਕਰਨ ਲੱਗ ਪਿਆ ਸਾਂ ਤੇ ਮੇਰੀ ਨਫ਼ਰਤ ਹੁਣ ਤੱਕ ਸਾਡੇ ਵਿਚਕਾਰ ਇਹ ਨਫ਼ਰਤ ਦਾ ਰਿਸ਼ਤਾ ਕਾਇਮ ਰੱਖ ਰਹੀ ਹੈ। ਉਹ ਸਾਡੇ ਪਹਿਲੇ ਜਾਬਰ ਸਨ। ਉਹ ਪਹਿਲੇ ਚਿਹਰੇ ਸਨ ਸਾਡੇ ਲਈ ਨਰਕ ਤੇ ਮੌਤ ਦੇ। ਸਾਨੂੰ ਭੱਜਣ ਦੇ ਹੁਕਮ ਹੋ ਗਏ। ਅਸੀਂ ਦੁੱਗਣਾ ਭੱਜਣਾ ਸ਼ੁਰੂ ਕਰ ਦਿੱਤਾ। ਕਿਸ ਨੇ ਸੋਚਿਆ ਹੋਏਗਾ ਕਿ ਅਸੀਂ ਇੰਨੇ ਤਾਕਤਵਰ ਸਾਂ? ਸਾਡੇ ਹਮਵਤਨ ਪਰਦਿਆਂ ਪਿੱਛੋਂ ਸਾਨੂੰ ਜਾਂਦਿਆਂ ਨੂੰ ਵੇਖ ਰਹੇ ਸਨ। ਅਖੀਰ ਅਸੀਂ ਆਪਣੀ ਮੰਜ਼ਿਲ 'ਤੇ ਪਹੁੰਚ ਗਏ ਸਾਂ। ਅਸੀਂ ਆਪਣੇ ਸਮਾਨ ਵਾਲੀਆਂ ਗੱਠੜੀਆਂ ਹੇਠਾਂ ਰੱਖੀਆਂ ਤੇ ਥੱਲੇ ਡਿੱਗਣ ਵਾਂਗ ਬਹਿ ਗਏ ਸਾਂ। ਓਏ ਰੱਬਾ, ਕਾਇਨਾਤ ਦੇ ਮਾਲਕਾ, ਸਾਡੇ 'ਤੇ ਤਰਸ ਕਰ, ਰਹਿਮ ਕਰ। ਉਹ ਛੋਟੀ ਬਸਤੀ, 3 ਦਿਨ ਪਹਿਲਾਂ ਤੱਕ ਲੋਕ ਉੱਥੇ ਰਹਿੰਦੇ ਸਨ। ਲੋਕ ਉਹਨਾਂ ਚੀਜ਼ਾਂ ਵਸਤਾਂ ਦੇ ਮਾਲਕ ਸਨ ਤੇ ਉਹ ਚੀਜ਼ਾਂ ਵਸਤਾਂ ਹੁਣ ਅਸੀਂ ਵਰਤ ਰਹੇ ਸਾਂ। ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਸੀ। ਅਸੀਂ ਉਹਨਾਂ ਨੂੰ ਬਿਲਕੁਲ ਮੁੱਢੋਂ ਭੁਲਾ ਚੁੱਕੇ ਸਾਂ। ਇੱਥੇ ਗੜਬੜ ਵੱਡੀ ਬਸਤੀ ਨਾਲੋਂ ਵੀ ਕਿਤੇ ਵੱਧ ਸੀ। ਉਹਨਾਂ ਲੋਕਾਂ ਨੂੰ ਚੇਤਾ ਵੀ ਨਹੀਂ ਹੋਣਾ ਕਿ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਏਗਾ। ਮੈਂ ਉਹ ਕਮਰੇ ਦੇਖਣ ਚਲਾ ਗਿਆ ਜਿੱਥੇ ਮੇਰੇ ਅੰਕਲ ਰਹਿੰਦੇ ਸਨ। ਮੇਜ਼ 'ਤੇ ਅੱਧਾ ਕਟੋਰਾ ਸੂਪ ਦਾ ਅਜੇ ਵੀ ਪਿਆ ਸੀ। ਇੱਕ ਪਾਸੇ ਪਾਈ ਪਈ ਸੀ ਜਿਹਨੂੰ ਭੱਠੀ 'ਚ ਗਰਮ ਕਰਨ ਲਈ ਰੱਖਿਆ ਗਿਆ ਹੋਏਗਾ, ਪਰ ਘਰ ਦੇ ਲੋਕਾਂ ਕੋਲ ਸਮਾਂ ਹੀ ਨਹੀਂ ਸੀ ਬਚਿਆ। ਬੂਹੇ ਕੋਲ ਕਿਤਾਬਾਂ ਖਿਲਰੀਆਂ ਪਈਆਂ ਸਨ। ਸ਼ਾਇਦ ਮੇਰੇ ਅੰਕਲ ਉਹਨਾਂ ਨੂੰ ਆਪਣੇ ਨਾਲ ਲਿਜਾਣਾ ਚਾਹੁੰਦੇ ਹੋਣਗੇ। ਅਸੀਂ ਉਸ ਘਰ 'ਚ ਵਸ ਗਏ ਸਾਂ। ਇਹ ਵੀ ਕੀ ਸ਼ਬਦ ਹੈ? ਮੈਂ ਕੁਝ ਲੱਕੜਾਂ ਲੈਣ ਚਲਾ ਗਿਆ ਸਾਂ। ਮੇਰੀਆਂ ਭੈਣਾਂ ਨੇ ਅੱਗ ਮਚਾਈ ਤੇ ਮੇਰੀ ਮਾਂ ਥੱਕੀ ਹੋਣ ਦੇ ਬਾਵਜੂਦ ਵੀ ਰੋਟੀ ਟੁੱਕ ਦਾ ਆਹਰ ਕਰਨ ਲੱਗ ਪਈ ਸੀ। ਸਾਨੂੰ ਜਿਉਂਦੇ ਰਹਿਣਾ ਪਏਗਾ, ਸਾਨੂੰ ਜਿਉਂਦੇ ਰਹਿਣਾ ਪਏਗਾ। ਉਹਨੇ ਇਹ ਗੱਲ ਕਈ ਵਾਰ ਦੁਹਰਾਈ ਸੀ। ਲੋਕਾਂ ਦਾ ਉਤਸ਼ਾਹ ਅਜੇ ਮੱਠਾ ਨਹੀਂ ਸੀ ਪਿਆ। ਅਸੀਂ ਹਾਲਾਤ ਨਾਲ ਸਮਝੌਤਾ ਕਰ ਰਹੇ ਸਾਂ। ਗਲੀ 'ਚ ਲੋਕ ਅਜੇ ਵੀ ਆਸ਼ਾਵਾਦੀ ਸਨ ਤੇ ਉਮੀਦ ਨਾਲ ਗੱਲਾਂ ਕਰ ਰਹੇ ਸਨ। ਉਹਨਾਂ ਕੋਲ ਸਾਨੂੰ ਜਲਾਵਤਨ ਕਰਨ ਲਈ ਸਮਾਂ ਹੀ ਨਹੀਂ ਹੋਣਾ। ਉਹ ਕਹਿ ਰਹੇ ਸਨ, ਜਿਨ੍ਹਾਂ ਨੂੰ ਬਾਹਰ ਕੱਢ ਦਿੱਤਾ ਗਿਆ ਸੀ ਉਹਨਾਂ ਲਈ ਲੋਕ ਫਿਕਰਮੰਦ ਸਨ ਤੇ ਇਹਨੂੰ ਬੁਰਾ ਕਹਿ ਰਹੇ ਸਨ। ਹੋਰ ਉਹ ਕਰ ਵੀ ਕੀ ਸਕਦੇ ਸਨ? ਪਰ ਉਹ ਸਾਨੂੰ ਸਾਡਾ ਜੀਵਨ ਜਿਹੋ ਜਿਹਾ ਵੀ ਚੰਗਾ ਮਾੜਾ ਜਿਉਣ ਤਾਂ ਦੇਣਗੇ ਹੀ। ਘੱਟੋ ਘੱਟ ਜੰਗ ਖਤਮ ਹੋਣ ਤੱਕ ਤਾਂ ਇਹ ਹੋਣਾ ਹੀ ਚਾਹੀਦਾ। ਉਹ ਬਸਤੀ ਲਈ ਕੋਈ ਸੁਰੱਖਿਆ ਨਹੀਂ ਸੀ। ਹਰ ਕੋਈ ਆਪਣੀ ਮਰਜ਼ੀ ਨਾਲ ਆ ਜਾ ਸਕਦਾ ਸੀ। ਸਾਡੀ ਪੁਰਾਣੀ ਨੌਕਰਾਣੀ ਮਾਰਥਾ ਆ ਗਈ। ਉਹ ਬੁਰੀ ਤਰ੍ਹਾਂ ਰੋ ਰਹੀ ਸੀ। ਉਹਨੇ ਸਾਨੂੰ ਉਹਦੇ ਪਿੰਡ ਚੱਲਣ ਲਈ ਮਿੰਨਤਾਂ ਕੀਤੀਆਂ, ਜਿੱਥੇ ਉਹ ਸਾਨੂੰ ਸਹਾਰਾ ਦੇ ਸਕਦੀ ਸੀ। ਮੇਰੇ ਪਿਤਾ ਜੀ ਕੁਝ ਵੀ ਨਹੀਂ ਸਨ ਸੁਣਨਾ ਚਾਹੁੰਦੇ। ਤੂੰ ਜਾਣਾ ਤਾਂ ਚਲਾ ਜਾ, ਉਹਨਾਂ ਨੇ ਮੈਨੂੰ ਤੇ ਮੇਰੀਆਂ ਭੈਣਾਂ ਨੂੰ ਕਿਹਾ। ਮੈਂ ਇੱਥੇ ਤੁਹਾਡੀ ਮਾਂ ਤੇ ਬੱਚੇ ਨਾਲ ਰਹਿ ਲਵਾਂਗਾ। ਕੁਦਰਤੀ ਸੀ, ਅਸੀਂ ਅਲੱਗ ਹੋਣ ਤੋਂ ਇਨਕਾਰ ਕਰ ਦਿੱਤਾ। ਉਸ ਰਾਤ ਕਿਸੇ ਨੇ ਵੀ ਅਰਦਾਸ ਨਹੀਂ ਸੀ ਕੀਤੀ ਤਾਂ ਕਿ ਉਹ ਰਾਤ ਜਲਦੀ ਤੋਂ ਜਲਦੀ ਗੁਜ਼ਰ ਜਾਏ। ਤਾਰੇ ਤਾਂ ਉਸ ਰਾਤ ਚੰਗਿਆੜਿਆਂ ਵਾਂਗ ਲੱਗ ਰਹੇ ਸਨ, ਜਿਵੇਂ ਸਾਨੂੰ ਖਾਣ ਆ ਰਹੇ ਸਨ। ਜੇ ਉਹ
ਅੱਗ ਇੱਕ ਦਿਨ ਬੁਝ ਜਾਏ ਤਾਂ ਅਸਮਾਨ ਵਿੱਚ ਕੁਝ ਵੀ ਨਹੀਂ ਬਚੇਗਾ, ਸਿਰਫ ਮਰੇ ਹੋਏ ਤਾਰੇ ਹੋਣਗੇ, ਮਰੀਆਂ ਹੋਈਆਂ ਅੱਖਾਂ। ਸਾਡੇ ਕੋਲ ਕਰਨ ਨੂੰ ਕੁਝ ਵੀ ਨਹੀਂ ਸੀ ਰਿਹਾ, ਬਜਾਏ ਇਹਦੇ ਕਿ ਅਸੀਂ ਉਹਨਾਂ ਬਿਸਤਰਿਆਂ 'ਚ ਜਾ ਕੇ ਵੜ ਜਾਈਏ, ਗੈਰ ਹਾਜ਼ਰ ਲੋਕਾਂ ਦੇ ਬਿਸਤਰੇ, ਤਾਂ ਕਿ ਕੋਈ ਆਪਣੇ ਵਿੱਚ ਕੁਝ ਕੁ ਸਮਰੱਥਾ ਬਚਾ ਕੇ ਰੱਖ ਸਕੇ। ਸਵੇਰੇ ਇਹ ਉਦਾਸੀ ਗਾਇਬ ਸੀ। ਅਸੀਂ ਮਹਿਸੂਸ ਕਰ ਰਹੇ ਸਾਂ ਜਿਵੇਂ ਅਸੀਂ ਛੁੱਟੀਆਂ ਮਨਾਉਣ ਆਏ ਹੋਏ ਸਾਂ। ਲੋਕ ਕਹਿ ਰਹੇ ਸਨ, ਕੌਣ ਜਾਣਦਾ ਹੈ, ਹੋ ਸਕਦਾ ਇੱਥੋਂ ਸਾਨੂੰ ਕੱਢਣਾ ਕਿਸੇ ਸਾਡੇ ਭਲੇ ਲਈ ਹੀ ਹੋਵੇ। ਫਰੰਟ ਮਤਲਬ ਜੰਗ ਦਾ ਮੈਦਾਨ ਇੱਥੋਂ ਬਹੁਤਾ ਦੂਰ ਤਾਂ ਹੈ ਨਹੀਂ। ਸਾਨੂੰ ਛੇਤੀ ਤੋਪਾਂ ਦੀ ਆਵਾਜ਼ ਸੁਣ ਜਾਏਗੀ ਤਾਂ ਫਿਰ ਕਿਸੇ ਨਾ ਕਿਸੇ ਤਰ੍ਹਾਂ ਸਾਡੇ ਵਰਗੇ ਲੋਕਾਂ ਨੂੰ ਇੱਥੋਂ ਕਿਸੇ ਸੁਰੱਖਿਅਤ ਥਾਂ 'ਤੇ ਲਿਜਾਣਾ ਹੀ ਪਏਗਾ। ਸ਼ਾਇਦ ਉਹ ਡਰੇ ਹੋਏ ਨੇ ਕਿਧਰੇ ਅਸੀਂ ਗੁਰੀਲਿਆਂ ਦੀ ਮਦਦ 'ਤੇ ਨਾ ਉਤਰ ਆਈਏ। ਜੇ ਤੁਸੀਂ ਮੈਨੂੰ ਪੁੱਛੋ ਤਾਂ ਦਿਨ ਕੱਢਣ ਕਢਾਉਣ ਵਾਲਾ ਸਿਲਸਿਲਾ ਹੈ। ਇਹ ਇੱਕ ਮਖੌਲ ਜਿਹਾ ਹੀ ਲੱਗਦਾ ਹੈ। ਹਾਂ, ਕੋਈ ਹੱਸਣ ਵਾਲੀ ਗੱਲ ਨਹੀਂ। ਉਹ ਲੋਕ ਸਾਡੇ ਗਹਿਣੇ ਹੜੱਪ ਕਰਨਾ ਚਾਹੁੰਦੇ ਨੇ। ਉਹਨਾਂ ਨੂੰ ਪਤਾ ਅਸੀਂ ਆਪਣੇ ਘਰਾਂ 'ਚ ਦੱਬੇ ਹੋਏ ਨੇ ਅਤੇ ਉਹਨਾਂ ਨੇ ਉਹ ਲੱਭਣੇ ਨੇ। ਇਹ ਕੰਮ ਹੋਰ ਵੀ ਸੁਖਾਲਾ ਹੋ ਜਾਏਗਾ ਜਦੋਂ ਮਾਲਕ ਛੁੱਟੀ 'ਤੇ ਚਲੇ ਜਾਣਗੇ। ਛੁੱਟੀ 'ਤੇ? ਇਹਨਾਂ ਆਸ਼ਾਵਾਦੀ ਗੱਲਾਂ 'ਤੇ ਕੋਈ ਇਤਬਾਰ ਨਹੀਂ ਸੀ ਕਰਦਾ। ਹਾਂ, ਸਮਾਂ ਗੁਜ਼ਾਰਨ ਲਈ ਇਹ ਠੀਕ ਸੀ। ਕੁਝ ਦਿਨ, ਜਿੰਨੇ ਦਿਨ ਵੀ ਅਸੀਂ ਇੱਥੇ ਰਹੇ ਸੀ, ਆਰਾਮ ਨਾਲ ਸ਼ਾਂਤੀ 'ਚ ਗੁਜ਼ਰ ਗਏ ਸਨ। ਲੋਕ ਇੱਕ ਦੂਜੇ 'ਤੇ ਨਿਰਭਰ ਕਰਨ ਲੱਗ ਪਏ ਸਨ। ਹੁਣ ਕੋਈ ਆਪਣੇ ਪੈਸਿਆਂ ਦੀ ਗੱਲ ਨਹੀਂ ਸੀ ਕਰਦਾ ਅਤੇ ਨਾ ਹੀ ਕੋਈ ਊਚ ਨੀਚ ਵਾਲੀ ਗੱਲ ਸੀ, ਨਾ ਕੋਈ ਆਪਣੀ ਮਹੱਤਤਾ ਦਿਖਾ ਰਿਹਾ ਸੀ। ਇਹ ਲੋਕ ਤਾਂ ਕਿਸਮਤ ਦੇ ਮਾਰੇ ਹੋਏ ਸਨ, ਜਿਸ ਦਾ ਕਿਸੇ ਨੂੰ ਵੀ ਪਤਾ ਨਹੀਂ ਸੀ। ਸ਼ਨੀਵਾਰ ਆਰਾਮ ਕਰਨ ਵਾਲੇ ਦਿਨ ਨੂੰ ਹੀ ਸਾਨੂੰ ਬਾਹਰ ਕੱਢਣ ਲਈ ਚੁਣਿਆ ਗਿਆ ਸੀ। ਇਸ ਤੋਂ ਪਹਿਲੀ ਰਾਤ ਅਸੀਂ ਇਕੱਠਿਆਂ ਨੇ ਸ਼ੁੱਕਰਵਾਰ ਨੂੰ ਸ਼ਾਮ ਵੇਲੇ ਰਸਮੀ ਖਾਣਾ ਖਾਧਾ ਸੀ। ਅਸੀਂ ਖਾਣੇ ਤੋਂ ਪਹਿਲਾਂ ਰਸਮੀ ਅਰਦਾਸ ਕੀਤੀ, ਜਿਸ ਵਿੱਚ ਡਬਲ ਰੋਟੀ ਨਾਲ ਸ਼ਰਾਬ ਵੀ ਪੀਤੀ ਜਾਂਦੀ ਹੈ। ਉਸ ਤੋਂ ਮਗਰੋਂ ਅਸੀਂ ਆਪੋ ਆਪਣਾ ਖਾਣਾ ਨਿਗਲ ਗਏ ਸਾਂ। ਕਿਸੇ ਨੇ ਵੀ ਇੱਕ ਸ਼ਬਦ ਸਾਂਝਾ ਨਹੀਂ ਸੀ ਕੀਤਾ। ਅਸੀਂ ਮਹਿਸੂਸ ਕਰ ਰਹੇ ਸਾਂ ਕਿ ਆਖਰੀ ਵਾਰ ਸਾਰਾ ਪਰਿਵਾਰ ਖਾਣੇ ਵਾਲੇ ਟੇਬਲ ਦੁਆਲੇ ਇਕੱਠਾ ਸੀ। ਉਸ ਰਾਤ ਮੈਂ ਪਾਸੇ ਮਾਰਦਾ ਰਿਹਾ ਸਾਂ ਅਤੇ ਯਾਦਾਂ ਦੇ ਖਿਆਲ ਮੇਰੇ ਦਿਮਾਗ 'ਚ ਘੁੰਮਦੇ ਰਹੇ ਸਨ। ਮੈਨੂੰ ਉੱਕਾ ਹੀ ਨੀਂਦ ਨਹੀਂ ਸੀ ਆਈ। ਸਵੇਰ ਵੇਲੇ ਅਸੀਂ ਗਲੀ 'ਚ ਪਹੁੰਚ ਗਏ ਸਾਂ। ਜਾਣ ਦੀ ਤਿਆਰੀ। ਇਸ ਵਾਰੀ ਹੰਗਰੀ ਦੀ ਪੁਲਿਸ ਨਹੀਂ ਸੀ। ਇੱਕ ਯਹੂਦੀ ਕੌਂਸਲ ਨਾਲ ਸਮਝੌਤਾ ਹੋ ਗਿਆ ਸੀ ਕਿ ਜਾਣ ਦਾ ਬੰਦੋਬਸਤ ਸਾਰਾ ਯਹੂਦੀ ਕੌਂਸਲ ਹੀ ਕਰੇਗੀ। ਸਾਡਾ ਜੱਥਾ ਵੱਡੇ ਸਾਇਨਾਗੋਗ ਵੱਲ ਤੁਰ ਪਿਆ। ਸਾਰਾ ਸ਼ਹਿਰ ਸੁੰਨਮਸਾਨ ਸੀ। ਸਾਡੇ ਕੱਲ੍ਹ ਵਾਲੇ ਦੋਸਤ ਆਪਣੇ ਘਰਾਂ ਦੇ ਪਰਦਿਆਂ ਪਿੱਛੋਂ ਦੇਖ ਰਹੇ ਸਨ। ਕਿਹੜਾ ਪਲ ਹੋਏ ਜਦੋਂ ਸਾਡੇ ਘਰ ਲੁੱਟ ਮਾਰ ਕਰਨ ਆਉਣਗੇ। ਸਾਇਨਾਗੋਗ ਕਿਸੇ ਰੇਲ ਦੇ ਸਟੇਸ਼ਨ ਵਰਗਾ ਸੀ। ਸਮਾਨ ਤੇ ਹੰਝੂ। ਪੂਜਾ ਸਥਾਨ ਟੁੱਟਿਆ ਭੱਜਿਆ ਪਿਆ ਸੀ। ਲਮਕਦੀਆਂ ਤਸਵੀਰਾਂ ਤੇ ਹੋਰ ਵਸਤਾਂ ਲਾ ਦਿੱਤੀਆਂ ਗਈਆਂ ਸਨ ਤੇ ਕੰਧਾਂ ਨੰਗੀਆਂ ਸਨ। ਅਸੀਂ ਉੱਥੇ ਇੰਨੀ ਭੀੜ ਵਿੱਚ ਸਾਂ ਕਿ ਸਾਹ ਲੈਣਾ ਮੁਸ਼ਕਿਲ ਹੋ ਰਿਹਾ ਸੀ। ਅਸੀਂ ਉੱਥੇ ਬੜੇ ਭਿਆਨਕ 24 ਘੰਟੇ ਗੁਜ਼ਾਰੇ ਸਨ। ਹੇਠਲੀ ਮੰਜ਼ਿਲ ਵਿੱਚ ਆਦਮੀ ਸਨ ਤੇ ਪਹਿਲੀ ਮੰਜ਼ਿਲ 'ਤੇ ਔਰਤਾਂ। ਇਹ ਸ਼ਨਿਚਰਵਾਰ ਦਾ ਦਿਨ ਸੀ ਤੇ ਲੱਗ ਰਿਹਾ ਸੀ ਜਿਵੇਂ ਅਸੀਂ ਕੋਈ ਅਰਦਾਸ ਕਰਨ ਜਾਂ ਪੂਜਾ ਕਰਨ ਆਏ ਸਾਂ, ਕਿਉਂਕਿ ਕਿਸੇ ਨੂੰ ਵੀ ਬਾਹਰ ਜਾਣ ਦੀ ਆਗਿਆ ਨਹੀਂ ਸੀ। ਸੋ ਲੋਕ ਖੂੰਜਿਆਂ 'ਚ ਖੜ ਕੇ ਪਿਸ਼ਾਬ ਕਰੀ ਜਾ ਰਹੇ ਸਨ। ਉਸ ਤੋਂ ਅਗਲੀ ਸਵੇਰ ਅਸੀਂ ਸਟੇਸ਼ਨ ਵੱਲ ਚੱਲ ਪਏ ਸਾਂ, ਜਿੱਥੇ ਕਈ ਡੱਬਿਆਂ ਵਾਲੀ ਪਸ਼ੂ ਢੋਣ ਵਾਲੀ ਰੇਲ ਗੱਡੀ ਖੜੀ ਸੀ। ਹੰਗਰੀ ਦੀ ਪੁਲਿਸ ਨੇ ਸਾਨੂੰ ਡੱਬਿਆਂ 'ਚ ਧੱਕਣਾ ਸ਼ੁਰੂ ਕੀਤਾ। ਇੱਕ ਡੱਬੇ 'ਚ 80 ਲੋਕ ਵਾੜ ਦਿੱਤੇ ਗਏ। ਸਾਡੇ ਕੋਲ ਕੁਝ ਡਬਲ ਰੋਟੀਆਂ ਦੇ ਟੁਕੜੇ ਬਚੇ ਸਨ ਤੇ ਕੁਝ ਬਾਲਟੀਆਂ ਪਾਣੀ ਦੀਆਂ ਸਨ। ਛੋਟੀਆਂ ਉੱਚੀਆਂ ਬੜੀਆਂ ਖਿੜਕੀਆਂ ਵਿੱਚ ਲੋਹੇ ਦੇ ਸਰੀਏ ਚੰਗੀ ਤਰ੍ਹਾਂ ਠੋਕ ਵਜਾ ਕੇ ਦੇਖੇ ਗਏ ਕਿ ਉਹ ਠੀਕ ਸਨ। ਕੋਈ ਸਰੀਆ ਢਿੱਲਾ ਤਾਂ ਨਹੀਂ ਸੀ। ਡੱਬਿਆਂ ਨੂੰ ਬੰਦ ਕਰਕੇ ਸੀਲ ਕਰ ਦਿੱਤਾ ਗਿਆ ਸੀ। ਹਰ ਡੱਬੇ 'ਚ ਇੱਕ ਬੰਦੇ ਨੂੰ ਇੰਚਾਰਜ ਬਣਾਇਆ ਗਿਆ ਸੀ। ਜੇ ਕਿਸੇ ਨੇ ਵੀ ਜਾਣ ਦੀ ਹਿੰਮਤ ਕੀਤੀ, ਉਹਨੂੰ ਉੱਥੇ ਗੋਲੀ ਮਾਰ ਦੇਣ ਦੇ ਹੁਕਮ ਸਨ। 2 ਗੈਸਟੈਪੋ ਜਰਮਨ ਸਿਪਾਹੀ ਪਲੇਟਫਾਰਮ 'ਤੇ ਘੁੰਮ ਰਹੇ ਸਨ। ਉਹ ਮੁਸਕਰਾ ਰਹੇ ਸਨ। ਸਾਰਾ ਬੰਦੋਬਸਤ ਦੁਬਾਰਾ ਚੈੱਕ ਕੀਤਾ ਗਿਆ ਤੇ ਸਭ ਕੁਝ ਠੀਕ ਠਾਕ ਸੀ। ਗੱਡੀ ਦੀ ਇੱਕ ਲੰਮੀ ਚੀਕ ਸੁਣਾਈ ਦਿੱਤੀ ਤੇ ਡੱਬਿਆਂ ਦੇ ਪਹੀਏ ਘੁੰਮਣ ਲੱਗ ਪਏ। ਅਸੀਂ ਸਾਡੇ ਸਫ਼ਰ 'ਤੇ ਜਾ ਰਹੇ ਸਾਂ। ਹੇਠਾਂ ਪੈ ਸਕਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਸਾਨੂੰ ਖੜ੍ਹੇ ਹੀ ਰਹਿਣਾ ਪੈਣਾ ਸੀ। ਅਸੀਂ ਸਿਰਫ ਬੈਠ ਹੀ ਸਕਦੇ ਸਾਂ ਤੇ ਉਹ ਵੀ ਵਾਰੀ-ਵਾਰੀ। ਹਵਾ ਬਹੁਤ ਘੱਟ ਸੀ।
ਉਹ ਖੁਸ਼ਕਿਸਮਤ ਲੋਕ ਜਿਹੜੇ ਖਿੜਕੀ ਦੇ ਨੇੜੇ ਸਨ, ਉਹ ਬਾਹਰ ਹਰੀਆਂ ਭਰੀਆਂ ਫਸਲਾਂ ਤੇ ਹੋਰ ਕੁਦਰਤੀ ਨਜ਼ਾਰੇ ਦੇਖ ਸਕਦੇ ਸਨ। 2 ਦਿਨਾਂ ਦੇ ਸਫ਼ਰ ਪਿੱਛੋਂ ਸਾਨੂੰ ਤੇ ਨੇ ਇੰਨਾ ਪਰੇਸ਼ਾਨ ਕੀਤਾ ਕਿ ਸਾਡੀ ਜਾਨ ਤੇ ਬਣ ਆਈ। ਗਰਮੀ ਸਹਿਣੀ ਬਹੁਤ ਮੁਸ਼ਕਲ ਸੀ। ਸਾਰੇ ਸਮਾਜਿਕ ਬੰਧਨਾਂ ਤੋਂ ਮੁਕਤ ਜਵਾਨਾਂ ਨੇ ਆਪਣੇ ਆਪ ਨੂੰ ਖੁੱਲ੍ਹੀ ਛੁੱਟੀ ਦੇ ਰੱਖੀ ਸੀ। ਹਨੇਰੇ ਦਾ ਸਹਾਰਾ ਲੈ ਕੇ ਉਹ ਸਾਡੇ ਵਿਚਕਾਰ ਹੀ ਇੱਕ ਦੂਜੇ ਨਾਲ ਛੇੜਖਾਨੀਆਂ ਕਰ ਰਹੇ ਸਨ। ਉਹਨਾਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਸੀ, ਜਿਵੇਂ ਦੁਨੀਆ 'ਚ ਉਹ ਇਕੱਲੇ ਹੀ ਹੋਣ। ਬਾਕੀ ਸਾਰੇ ਇਸ ਤਰ੍ਹਾਂ ਵਰਤਾਰਾ ਕਰ ਰਹੇ ਸਨ ਜਿਵੇਂ ਉਹਨਾਂ ਨੇ ਕੁਝ ਦੇਖਿਆ ਨਹੀਂ ਸੀ। ਸਾਡੇ ਕੋਲ ਕੁਝ ਖਾਣ ਪੀਣ ਦਾ ਸਮਾਨ ਬਚਿਆ ਹੋਇਆ ਹੈ ਸੀ, ਪਰ ਅਸੀਂ ਕਦੇ ਵੀ ਆਪਣੀ ਭੁੱਖ ਦੂਰ ਕਰਨ ਲਈ ਨਹੀਂ ਸੀ ਖਾਧਾ। ਬਚਾਉਣਾ ਸਾਡਾ ਟੀਚਾ ਸੀ ਤਾਂ ਕਿ ਅਸੀਂ ਕੱਲ੍ਹ ਲਈ ਬਚਾ ਸਕੀਏ। ਕੱਲ੍ਹ ਇਹ ਤੋਂ ਵੀ ਮੁਸ਼ਕਿਲ ਹੋ ਸਕਦਾ ਸੀ। ਗੱਡੀ ਹੁਣ ਚੈਕੋਸਲੋਵਾਕੀਆ 'ਚ ਇੱਕ ਕਾਸਦਾਊ ਨਾਂ ਦੇ ਸਟੇਸ਼ਨ 'ਤੇ ਰੁਕ ਗਈ। ਇਹ ਉਸ ਦੇਸ਼ ਦੀ ਸਰਹੱਦ 'ਤੇ ਇੱਕ ਛੋਟਾ ਜਿਹਾ ਸਟੇਸ਼ਨ ਸੀ। ਅਸੀਂ ਅੰਦਾਜ਼ਾ ਲਾਇਆ ਕਿ ਹੁਣ ਅਸੀਂ ਹੰਗਰੀ ਨਹੀਂ ਸਾਂ ਜਾ ਰਹੇ। ਸਾਡੀਆਂ ਅੱਖਾਂ ਖੁੱਲ੍ਹੀਆਂ ਵੀ ਤਾਂ ਬਹੁਤ ਦੇਰ ਹੋ ਚੁੱਕੀ ਸੀ। ਗੱਡੀ ਦੇ ਡੱਬੇ ਦਾ ਬੂਹਾ ਬਾਹਰੋਂ ਖੁੱਲ੍ਹਿਆ। ਇੱਕ ਜਰਮਨ ਅਫਸਰ ਕਿਸੇ ਹੰਗਰੀ ਦੇ ਲੈਫਟੀਨੈਂਟ ਨਾਲ ਸੀ, ਜਿਹੜਾ ਦੋਭਾਸ਼ੀਏ ਦਾ ਕੰਮ ਕਰ ਰਿਹਾ ਸੀ। ਜਰਮਨ ਅਫਸਰ ਨੇ ਆਪਣੀ ਜਾਣ ਪਛਾਣ ਕਰਾਈ। ਇਸ ਪਲ ਤੋਂ ਤੁਸੀਂ ਸਾਰੇ ਜਰਮਨ ਫੌਜਾਂ ਦੇ ਹੁਕਮ ਹੇਠ ਹੋ। ਜੇ ਕਿਸੇ ਕੋਲ ਅਜੇ ਵੀ ਕੋਈ ਸੋਨਾ ਜਾਂ ਚਾਂਦੀ ਹੈ ਜਾਂ ਕੋਈ ਘੜੀ ਹੈ ਤਾਂ ਹੁਣੇ ਸਾਡੇ ਹਵਾਲੇ ਕਰ ਦਿਓ। ਇਸ ਪਿੱਛੋਂ ਜੇ ਕਿਸੇ ਕੋਲੋਂ ਵੀ ਕੋਈ ਚੀਜ਼ ਬਰਾਮਦ ਹੋ ਜਾਂਦੀ ਹੈ ਤਾਂ ਉਹਨੂੰ ਉਸੇ ਵੇਲੇ ਗੋਲੀ ਮਾਰਤੀ ਜਾਏਗੀ। ਦੂਜਾ, ਜੇ ਕੋਈ ਬਿਮਾਰ ਹੈ ਤਾਂ ਹਸਪਤਾਲ ਵਾਲੇ ਡੱਬੇ ਵਿੱਚ ਚਲਾ ਜਾਵੇ। ਇੱਥੇ ਹੀ ਬਸ। ਹੰਗਰੀ ਵਾਲਾ ਲੈਫਟੀਨੈਂਟ ਸਾਡੇ ਡੱਬੇ 'ਚ ਇੱਕ ਟੋਕਰੀ ਲੈ ਕੇ ਅੰਦਰ ਆ ਗਿਆ ਤਾਂ ਕਿ ਜੇ ਕਿਸੇ ਕੋਲ ਕੋਈ ਕੀਮਤੀ ਚੀਜ਼ ਹੈ ਤਾਂ ਹੁਣੇ ਦੇ ਦੇਵੇ, ਨਹੀਂ ਤਾਂ ਮਗਰੋਂ ਭੈੜੇ ਆਤੰਕ ਦਾ ਸਾਹਮਣਾ ਕਰਨਾ ਪਏਗਾ। ਇਸ ਡੱਬੇ 'ਚ 80 ਲੋਕ ਨੇ, ਜਰਮਨ ਅਫਸਰ ਨੇ ਕਿਹਾ। ਜੇ ਹੁਣ ਤੋਂ ਮਗਰੋਂ ਕੋਈ ਵੀ ਘੱਟ ਹੋਇਆ ਤਾਂ ਤੁਹਾਨੂੰ ਸਾਰਿਆਂ ਨੂੰ ਕੁੱਤਿਆਂ ਵਾਂਗ ਗੋਲੀ ਮਾਰਤੀ ਜਾਏਗੀ। ਉਹ ਚਲੇ ਗਏ। ਡੱਬੇ ਦੇ ਬੂਹੇ ਬੰਦ ਕਰ ਦਿੱਤੇ ਗਏ। ਅਸੀਂ ਕੜਿੱਕੀ 'ਚ ਫਸ ਚੁੱਕੇ ਸਾਂ ਤੇ ਉਹ ਵੀ ਸਾਡੀਆਂ ਗਰਦਨਾਂ ਤੱਕ। ਬੂਹਿਆਂ 'ਤੇ ਮੇਖਾਂ ਜੜ ਦਿੱਤੀਆਂ ਗਈਆਂ। ਮੁੜਨ ਲਈ ਰਾਹ ਬੰਦ ਹੋ ਚੁੱਕਾ ਸੀ। ਸਾਡੀ ਦੁਨੀਆ ਉਹ ਪਸ਼ੂ ਢੋਣ ਵਾਲਾ ਡੱਬਾ ਸੀ ਜਿਹੜਾ ਹੁਣ ਚੰਗੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਸੀ। ਸਾਡੇ ਡੱਬੇ 'ਚ ਇੱਕ ਔਰਤ ਸੀ ਜਿਹਦਾ ਨਾਮ ਮੈਡਮ ਸ਼ੈਚਟ ਸੀ। ਉਹਦੀ ਉਮਰ ਕੋਈ 50 ਕੁ ਸਾਲ ਹੋਏਗੀ। ਉਸ ਨਾਲ ਉਹਦਾ 10 ਕੁ ਸਾਲ ਦਾ ਬੇਟਾ ਸੀ। ਉਹ ਇੱਕ ਖੂੰਜੇ 'ਚ ਬੈਠੀ ਸੀ। ਉਹਦੇ ਘਰ ਵਾਲਾ ਤੇ ਉਹਦੇ 2 ਵੱਡੇ ਪੁੱਤਰ ਗਲਤੀ ਨਾਲ ਪਹਿਲੀ ਖੇਪ ਵਿੱਚ ਹੀ ਕੱਢ ਦਿੱਤੇ ਗਏ ਸਨ। ਪਰਿਵਾਰ ਦੇ ਵਿਛੋੜੇ ਨੇ ਉਹਨੂੰ ਭੰਨ ਕੇ ਰੱਖ ਦਿੱਤਾ ਸੀ। ਮੈਂ ਉਹਨੂੰ ਚੰਗੀ ਤਰ੍ਹਾਂ ਜਾਣਦਾ ਸਾਂ। ਉਹ ਚੁੱਪ ਜਿਹੀ ਔਰਤ ਸੀ ਜਿਹਦੀਆਂ ਅੱਖਾਂ 'ਚ ਕੋਈ ਜਲਨ ਸੀ। ਉਹ ਅਕਸਰ ਸਾਡੇ ਘਰ ਆ ਜਾਇਆ ਕਰਦੀ ਸੀ। ਉਹਦੇ ਘਰ ਵਾਲਾ ਇੱਕ ਧਾਰਮਿਕ ਬੰਦਾ ਸੀ ਤੇ ਬਹੁਤ ਸਮਾਂ ਆਪਣੇ ਪੜ੍ਹਨ ਤੇ ਹੀ ਲਾਇਆ ਕਰਦਾ ਸੀ। ਉਹ ਔਰਤ ਕੰਮ ਕਰਦੀ ਸੀ ਜਿਸ ਨਾਲ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ। ਮੈਡਮ ਸ਼ੈਚਟਰ ਦਾ ਦਿਮਾਗ ਘੁੰਮ ਗਿਆ ਸੀ। ਸਫ਼ਰ ਦੇ ਪਹਿਲੇ ਦਿਨ ਤੋਂ ਹੀ ਉਹਨੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਸਨ ਕਿ ਉਹਨੂੰ ਉਹਦੇ ਪਰਿਵਾਰ ਤੋਂ ਵੱਖਰਾ ਕਿਉਂ ਕਰ ਦਿੱਤਾ ਗਿਆ ਸੀ। ਜਿਉਂ-ਜਿਉਂ ਸਮਾਂ ਗੁਜ਼ਰਦਾ ਗਿਆ ਉਹਦੀਆਂ ਚੀਕਾਂ ਵੱਧਦੀਆਂ ਗਈਆਂ। ਤੀਜੀ ਰਾਤ ਵੇਲੇ ਅਸੀਂ ਊਂਘ ਰਹੇ ਸਾਂ। ਕੁਝ ਸਾਡੇ ਵਿੱਚੋਂ ਇੱਕ ਦੂਜੇ ਨਾਲ ਲੱਗੇ ਬੈਠੇ ਸਨ ਤੇ ਕੁਝ ਅਜੇ ਖੜੇ ਹੀ ਸਨ ਕਿ ਸਾਡੀ ਉਸ ਸੁੱਤੋਂ ਨੀਂਦ ਦੇ ਮਾਹੌਲ ਵਿੱਚ ਅਚਾਨਕ ਸਾਡੀ ਸ਼ਾਂਤੀ ਨੂੰ ਭੰਗ ਕਰਦੀ ਇੱਕ ਉੱਚੀ ਚੀਕ ਸੁਣਾਈ ਦਿੱਤੀ। ਅੱਗ! ਮੈਨੂੰ ਅੱਗ ਲੱਗੀ ਦਿਖ ਰਹੀ ਏ। ਮੈਨੂੰ ਅੱਗ ਦਿਖਾਈ ਦਿੰਦੀ ਏ। ਇੱਕ ਪਲ ਲਈ ਚਾਰੇ ਪਾਸੇ ਡੱਬੇ 'ਚ ਚੀਕ ਚਿਹਾੜਾ ਮਚ ਗਿਆ। ਉਹ ਕੌਣ ਸੀ ਜਿਹਨੇ ਚੀਕਾਂ ਮਾਰੀਆਂ ਸੀ? ਇਹ ਮੈਡਮ ਸ਼ੈਚਟਰ ਸੀ। ਉਸ ਡੱਬੇ ਦੇ ਵਿਚਕਾਰ ਬਾਹਰੋਂ ਪੀਲੀ ਰੌਸ਼ਨੀ ਖਿੜਕੀ 'ਚੋਂ ਪੈ ਰਹੀ ਸੀ। ਉਹ ਕਿਸੇ ਮੱਕੀ ਦੇ ਖੇਤ 'ਚ ਰੁੰਡ ਮਰੁੰਡ ਰੁੱਖ ਵਰਗੀ ਲੱਗ ਰਹੀ ਸੀ। ਉਹ ਚੀਕਾਂ ਮਾਰ-ਮਾਰ ਕੇ ਖਿੜਕੀ ਵੱਲ ਇਸ਼ਾਰਾ ਕਰਕੇ ਚੀਕ ਰਹੀ ਸੀ। ਦੇਖੋ, ਉਹ ਅੱਗ! ਬੇਸ਼ੁਮਾਰ ਅੱਗ ਲੱਗੀ ਹੋਈ ਹੈ। ਰਹਿਮ! ਓਏ ਹੋਏ, ਉਹ ਅੱਗ! ਕੁਝ ਲੋਕ ਖਿੜਕੀ ਦੀਆਂ ਸੀਖਾਂ 'ਚੋਂ ਬਾਹਰ ਦੇਖਣ ਲੱਗ ਪਏ। ਪਰ ਬਾਹਰ ਕੁਝ ਵੀ ਨਹੀਂ ਸੀ, ਹਨੇਰਾ ਸੀ। ਇਸ ਅਚਾਨਕ ਟੁੱਟੀ ਸੁਰਤ ਦਾ ਅਸਰ ਸਾਡੇ ਉੱਤੇ ਕਾਫੀ ਦੇਰ ਰਿਹਾ ਸੀ। ਅਸੀਂ ਅੱਜ ਵੀ ਉਹਨੂੰ ਯਾਦ ਕਰਕੇ ਕੰਬ ਜਾਂਦੇ ਹਾਂ ਤੇ ਗੱਡੀ ਦੇ ਪਹੀਏ ਦੇ ਸ਼ੋਰ ਨਾਲ ਸਾਨੂੰ ਲੱਗ ਰਿਹਾ ਸੀ ਸਾਡੇ ਸਰੀਰਾਂ ਹੇਠਾਂ ਹੀ ਹੁਣੇ ਕੋਈ ਨਰਕ ਦਾ ਕੁੰਡ ਖੁੱਲ੍ਹੇਗਾ। ਸਾਡੇ ਦੁੱਖ ਤੋਂ ਆਤਰ ਹੋਏ ਅਸੀਂ ਆਪਣੇ ਆਪ ਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕਰ ਰਹੇ ਸਾਂ। ਇਹ ਤਾਂ ਪਾਗਲ ਹੋ ਗਈ ਹੈ ਵਿਚਾਰੀ। ਕਿਸੇ ਨੇ ਉਹਦੇ ਮੱਥੇ 'ਤੇ ਗਿੱਲਾ ਕੱਪੜਾ ਰੱਖ ਦਿੱਤਾ ਸੀ ਤਾਂ ਕਿ ਉਹ ਸ਼ਾਂਤ ਹੋ ਜਾਏ, ਪਰ ਉਹਦੀਆਂ ਚੀਕਾਂ ਅਜੇ ਵੀ ਜਾਰੀ ਸਨ। ਅੱਗ! ਅੱਗ!
ਉਹਦਾ ਛੋਟਾ ਪੁੱਤਰ ਉਹਦੀ ਸਕਰਟ ਨੂੰ ਫੜ ਕੇ ਰੋਈ ਜਾ ਰਿਹਾ ਸੀ ਤੇ ਉਹਨੇ ਮਾਂ ਦੇ ਹੱਥ ਫੜੇ ਹੋਏ ਸਨ। ਮੰਮੀ ਕੋਈ ਗੱਲ ਨਹੀਂ, ਸਭ ਠੀਕ ਹੈ ਮੰਮੀ, ਉੱਥੇ ਕੁਝ ਵੀ ਨਹੀਂ ਹੈ, ਤੂੰ ਬੈਠ ਜਾ। ਮੈਨੂੰ ਉਸ ਬੱਚੇ ਦੇ ਬੋਲਾਂ ਨੇ ਉਹਦੀ ਮਾਂ ਦੀਆਂ ਚੀਕਾਂ ਨਾਲੋਂ ਵੀ ਬਹੁਤ ਪਰੇਸ਼ਾਨ ਕਰ ਦਿੱਤਾ ਸੀ। ਕੁਝ ਔਰਤਾਂ ਨੇ ਉਹਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ। ਤੈਨੂੰ ਤੇਰੇ ਘਰ ਵਾਲਾ ਤੇ ਤੇਰੇ ਪੁੱਤਰ ਦੁਬਾਰਾ ਮਿਲ ਪੈਣਗੇ, ਕੁਝ ਦਿਨਾਂ ਦੀ ਤਾਂ ਗੱਲ ਹੈ। ਉਹ ਸਾਹੋ ਸਾਹ ਹੋਈ ਚੀਕਾਂ ਮਾਰੀ ਜਾਂਦੀ ਸੀ। ਉਹਦੀ ਆਵਾਜ਼ ਹੌਕਿਆਂ ਨਾਲ ਟੁੱਟ ਜਾਂਦੀ ਸੀ। ਯਹੂਦੀਓ, ਮੇਰੀ ਗੱਲ ਸੁਣੋ, ਮੈਨੂੰ ਉੱਥੇ ਅੱਗ ਨਜ਼ਰ ਆਉਂਦੀ ਹੈ, ਵੱਡੇ ਭਾਂਬੜ ਮੱਚ ਰਹੇ ਨੇ, ਉੱਥੇ ਤਾਂ ਭੱਠੀ ਵੀ ਹੈ। ਇਉਂ ਲੱਗਦਾ ਸੀ ਜਿਵੇਂ ਕੋਈ ਭੂਤ ਪ੍ਰੇਤ ਉਹਦੇ 'ਚ ਵੜ ਗਿਆ ਹੋਵੇ, ਜਿਹੜਾ ਉਹਦੇ ਅੰਦਰ ਵੜ ਕੇ ਬੋਲੀ ਜਾਂਦਾ ਹੋਵੇ। ਅਸੀਂ ਇਹਨੂੰ ਬਿਆਨ ਕਰ ਰਹੇ ਸਾਂ ਬਹੁਤ ਆਪਣੇ ਆਪ ਨੂੰ ਸ਼ਾਂਤ ਕਰਨ ਲਈ ਤੇ ਆਪਣੇ ਆਪ ਨੂੰ ਸੁਰਤ ਸਿਰ ਕਰਨ ਲਈ, ਤਾਂ ਕਿ ਉਹਨੂੰ ਆਰਾਮ ਆ ਜਾਏ। ਵਿਚਾਰੀ ਨੂੰ ਬਹੁਤ ਪਿਆਸ ਲੱਗੀ ਹੋਏਗੀ, ਇਸੇ ਕਰਕੇ ਉਹ ਅੱਗ ਦੀਆਂ ਗੱਲਾਂ ਕਰਦੀ ਹੈ, ਜਿਵੇਂ ਅੱਗ ਉਹਨੂੰ ਖਾਣ ਨੂੰ ਆਉਂਦੀ ਹੋਵੇ। ਪਰ ਇਹ ਸਭ ਕੁਝ ਫਜ਼ੂਲ ਸੀ। ਸਾਡੇ ਮਨਾਂ ਦਾ ਆਤੰਕ ਹੁਣ ਗੱਡੀ ਦੇ ਡੱਬੇ ਤੋਂ ਬਾਹਰ ਹੋਣ ਲਈ ਕਾਹਲਾ ਪੈ ਰਿਹਾ ਸੀ। ਸਾਡੀਆਂ ਨਸਾਂ ਪਾਟਣ 'ਤੇ ਆ ਗਈਆਂ ਸਨ। ਸਾਡੇ ਲੂਹ ਕੰਡੇ ਖੜੇ ਹੋ ਗਏ ਸਨ, ਜਿਵੇਂ ਕਿਸੇ ਕਿਸਮ ਦਾ ਪਾਗਲਪਨ ਸਾਡੇ 'ਤੇ ਸਵਾਰ ਹੋ ਰਿਹਾ ਹੋਵੇ। ਹੁਣ ਇਹ ਮਾਹੌਲ ਸਾਡੇ ਵੱਸੋਂ ਬਾਹਰ ਹੋ ਰਿਹਾ ਸੀ। ਕੁਝ ਜਵਾਨ ਮੁੰਡਿਆਂ ਨੇ ਉਹਨੂੰ ਜ਼ਬਰਦਸਤੀ ਹੇਠਾਂ ਬਿਠਾ ਦਿੱਤਾ ਤੇ ਉਹਦੇ ਮੂੰਹ 'ਚ ਕੱਪੜਾ ਠੂਸ ਕੇ ਉਹਦਾ ਮੂੰਹ ਬੰਦ ਕਰ ਦਿੱਤਾ। ਚੁੱਪ ਫੇਰ ਛਾ ਗਈ ਸੀ। ਛੋਟਾ ਮੁੰਡਾ ਆਪਣੀ ਮਾਂ ਕੋਲ ਬਹਿ ਕੇ ਰੋਈ ਜਾਂਦਾ ਸੀ। ਮੈਨੂੰ ਹੁਣ ਸਾਹ ਸੁਖਾਲਾ ਆਉਣ ਲੱਗ ਪਿਆ ਸੀ। ਰਾਤ ਨੂੰ ਗੱਡੀ ਦੇ ਪਹੀਆਂ ਦਾ ਉਹੀ ਭੂਤਾਂ ਦੀਆਂ ਚੀਕਾਂ ਵਰਗਾ ਟਿੱਕੀ ਰਫ਼ਤਾਰ ਨਾਲ ਸ਼ੋਰ ਸਾਨੂੰ ਸੁਣਾਈ ਦਿੰਦਾ ਰਿਹਾ। ਇਸੇ ਤਰ੍ਹਾਂ ਹੀ ਕੋਈ ਲਗਭਗ 1 ਘੰਟਾ ਗੁਜ਼ਰ ਗਿਆ ਹੋਏਗਾ। ਇੱਕ ਹੋਰ ਵੱਡੀ ਚੀਕ ਨੇ ਸਾਡੇ ਸਾਹ ਸੁਕਾ ਦਿੱਤੇ। ਉਸ ਔਰਤ ਨੇ ਆਪਣੇ ਬੰਧਨ ਖੋਲ੍ਹ ਲਏ ਸਨ ਤੇ ਅੱਗੇ ਨਾਲੋਂ ਵੀ ਉੱਚੀ ਚੀਕਾਂ ਮਾਰ ਰਹੀ ਸੀ। ਉਹ ਦੇਖੋ, ਅੱਗ ਅੱਗ, ਸਾਰੇ ਪਾਸੇ ਭਾਂਬੜ ਹੀ ਭਾਂਬੜ। ਇੱਕ ਵਾਰੀ ਫੇਰ ਜਵਾਨਾਂ ਨੇ ਫੜ ਕੇ ਉਹਦਾ ਮੂੰਹ ਬੰਦ ਕਰ ਦਿੱਤਾ। ਉਹਨਾਂ ਨੇ ਉਹਨੂੰ ਮਾਰਿਆ ਵੀ ਸੀ। ਲੋਕ ਉਹਨਾਂ ਨੂੰ ਸ਼ਹਿ ਦੇ ਰਹੇ ਸਨ, ਇਹਨੂੰ ਚੁੱਪ ਕਰਾਓ, ਇਹ ਪਾਗਲ ਹੈ, ਇਹਦਾ ਮੂੰਹ ਬੰਦ ਕਰੋ, ਇਹ ਇੱਥੇ ਇਕੱਲੀ ਤਾਂ ਨਹੀਂ, ਇਹ ਆਪਣਾ ਮੂੰਹ ਤਾਂ ਬੰਦ ਰੱਖ ਸਕਦੀ ਹੈ। ਉਹਨਾਂ ਮੁੰਡਿਆਂ ਨੇ ਉਹਦੇ ਸਿਰ 'ਤੇ ਕਈ ਮਾਰਾਂ ਮਾਰੀਆਂ। ਉਹਨਾਂ ਮਾਰਾਂ ਨਾਲ ਉਹ ਮਰ ਵੀ ਸਕਦੀ ਸੀ। ਉਹਦਾ ਛੋਟਾ ਮੁੰਡਾ ਅਜੇ ਵੀ ਆਪਣੀ ਮਾਂ ਨਾਲ ਚੰਬੜਿਆ ਹੋਇਆ ਸੀ। ਹੁਣ ਉਹ ਰੋ ਵੀ ਨਹੀਂ ਸੀ ਰਿਹਾ ਤੇ ਇੱਕ ਵੀ ਸ਼ਬਦ ਨਹੀਂ ਸੀ ਬੋਲ ਰਿਹਾ। ਉਹ ਅਜੇ ਵੀ ਨਹੀਂ ਸੀ ਰੋ ਰਿਹਾ। ਕਦੇ ਨਾ ਖਤਮ ਹੋਣ ਵਾਲੀ ਰਾਤ। ਸਵੇਰ ਕੁ ਵੇਲੇ ਮੈਡਮ ਸ਼ੈਚਟਰ ਚੁੱਪ ਕਰ ਗਈ ਸੀ। ਉਹ ਆਪਣੇ ਖੂੰਜੇ ਵਿੱਚ ਚੁੱਪਚਾਪ ਡੌਰ-ਭੌਰ ਅੱਖਾਂ ਨਾਲ ਵੇਖਦੀ ਰਹੀ, ਜਿਵੇਂ ਕਿਸੇ ਖਾਲੀ ਥਾਂ ਨੂੰ ਤੱਕਦੀ ਹੋਵੇ। ਬੈਠੀ ਰਹੀ। ਉਹ ਸਾਨੂੰ ਬਿਲਕੁਲ ਨਹੀਂ ਸੀ ਦੇਖ ਰਹੀ। ਉਸੇ ਤਰ੍ਹਾਂ ਸਾਰਾ ਦਿਨ ਬੈਠੀ ਰਹੀ, ਚੁੱਪਚਾਪ, ਗੈਰ ਹਾਜ਼ਰ। ਸਾਡੇ ਵਿਚਕਾਰ ਹੋ ਕੇ ਵੀ ਉਹ ਨਹੀਂ ਸੀ ਉੱਥੇ। ਜਿਉਂ ਰਾਤ ਪਈ, ਉਹਨੇ ਫਿਰ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਉੱਧਰ ਅੱਗ ਮੱਚੀ ਜਾਂਦੀ ਹੈ। ਉਹ ਇੱਕੋ ਪਾਸੇ ਵੱਲ ਇਸ਼ਾਰਾ ਕਰ ਰਹੀ ਸੀ, ਹਮੇਸ਼ਾ ਵਾਂਗ। ਉਹਨੂੰ ਮਾਰ-ਮਾਰ ਥੱਕ ਚੁੱਕੇ ਸਨ। ਅੰਤਾਂ ਦੀ ਗਰਮੀ, ਪਿਆਸ, ਕੋਈ ਮਹਾਮਾਰੀ ਵਰਗੀ ਬਦਬੂ। ਇੱਕ ਅਜਿਹੀ ਹਵਾ ਦਾ ਬੁੱਲਾ ਆਇਆ ਜਿਸ ਅੱਗੇ ਉਹਦੀਆਂ ਚੀਕਾਂ ਕੁਝ ਵੀ ਨਹੀਂ ਸਨ, ਜਿਨ੍ਹਾਂ ਨੇ ਸਾਨੂੰ ਤੂੰਬਾ ਕਰਕੇ ਰੱਖ ਦਿੱਤਾ ਸੀ। ਜੇ ਕੁਝ ਦਿਨ ਹੋਰ ਇਹ ਮਾਹੌਲ ਰਿਹਾ ਤਾਂ ਲੱਗਦਾ ਸੀ ਕਿ ਅਸੀਂ ਵੀ ਸਾਰੇ ਚੀਕਾਂ ਮਾਰਨ ਲੱਗ ਪਵਾਂਗੇ। ਪਰ ਹੁਣ ਅਸੀਂ ਸਟੇਸ਼ਨ 'ਤੇ ਪਹੁੰਚ ਚੁੱਕੇ ਸਾਂ। ਸਾਡੇ ਵਿੱਚੋਂ ਜਿਹੜੀ ਖਿੜਕੀ ਦੇ ਨੇੜੇ ਸਨ, ਉਹਨਾਂ ਨੇ ਕਿਹਾ ਸਟੇਸ਼ਨ ਦਾ ਨਾਮ ਔਸਵਿਟਜ਼ ਸੀ। ਕਿਸੇ ਨੇ ਵੀ ਇਹ ਨਾਂ ਨਹੀਂ ਸੁਣਿਆ ਸੀ। ਗੱਡੀ ਮੁੜ ਕੇ ਨਹੀਂ ਸੀ ਚੱਲੀ। ਦੁਪਹਿਰ ਤੋਂ ਪਿੱਛੋਂ ਤੱਕ ਸਮਾਂ ਲੰਘ ਗਿਆ ਸੀ। ਫਿਰ ਡੱਬੇ ਦੇ ਬੂਹੇ ਖੁੱਲ੍ਹੇ। 2 ਬੰਦਿਆਂ ਨੂੰ ਪਾਣੀ ਲੈਣ ਲਈ ਉਤਰਨ ਦਿੱਤਾ ਗਿਆ। ਧੰਨਵਾਦ।